वाहिगुरु जी का खालसा वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रही हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रस्मां पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कि सतगुरु राक्षसां दे देश गए ने। देवलूत उतों दे राजे का नाम है। राजा भी राक्षस है, प्रजा भी राक्षस है, मंत्री भी राक्षस ने। पहला इन्हां ने यतन किया कि सतगुरु नूं सतगुरु जी दे साथियां नूं खा लिया जाए, पर जदों सतगुरु जी दे नज़दीक जाते ने तो ऐसी कला वरतदी है, अंधे हो जाते ने, अखां तो दिसना बंद हो जाता है। अखीर पै कर डर पिओ राकश राजा, बोलियो बचन धरे बहु लाजा। हे मंत्री जैसा तू कही तैसो इए पूरन अही। वो राजा राक्षस जिन्हों सतगुरु नज़र नहीं आते, वो बिना सतगुरु नूं वेखिया कहंदा है मंत्री तू सच कहना है भाई, ये कोई पूर्ण पुरख है। इत्थे फिर इस दैंत राजे ने गुरु दे चरनां ते मत्था टेकिया, बेनती की करी अवज्ञा रावर जो, कृपा धार बख्शो तुम सो। चलो नगर में करो बसेरा, सब राक्षस दल लख कर चेरा। कहन लगा जी साड़ी नगरी विच चरण पाओ,
ਅਸੀਂ ਸਾਰੇ ਰਾਖਸ਼ ਤੁਹਾਡੇ ਸੇਵਕ ਬਣ ਕੇ ਰਵਾਂਗੇ। ਹੋਏ ਦੀਨ ਪੁਰ ਕੋ ਲੈ ਆਏ, ਸੁੰਦਰ ਮੰਦਰ बीच ਬਸਾਏ। ਸਤਿਗੁਰੂ ਰਾਖਸ਼ਾਂ ਦੀ ਨਗਰੀ ਵਿੱਚ ਚਲੇ ਗਏ। ਇੱਕ ਬਹੁਤ ਸੁੰਦਰ ਘਰ ਸੀ ਜਿੱਥੇ ਸਤਿਗੁਰਾਂ ਨੂੰ ਠਹਿਰਾਇਆ ਗਿਆ। ਸੇਵਾ ਕਰਨ ਲੱਗੇ ਮਨ ਭਾਈ, ਬਾਰ ਬਾਰ ਬੰਦੈ ਸਿਰ ਨਾਈ। ਹੁਣੇ ਗੁਰੂ ਜੀ ਦੀ ਸੇਵਾ ਕਰਦੇ ਨੇ, ਬਾਰ ਬਾਰ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਅੱਗੇ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਨੇ, ਬੇਨਤੀ ਕਰਦੇ ਨੇ ਕਿ ਮਹਾਰਾਜ ਕਿਰਪਾ ਕਰੋ ਤਾਂ ਕਿ ਮੈਂ ਅੱਗੇ ਕਥਾ ਲਿਖ ਸਕਾਂ। ਹਾਂਜੀ। ਸ਼੍ਰੀ ਗੁਰ ਚਰਨ ਖਗੇਗ ਸਮ, ਜਾਏ ਸ਼ਰਨ ਤਿਨ ਕੋਏ। ਜਿਵੇਂ ਪੰਛੀਆਂ ਦਾ ਰਾਜਾ ਗਰੁੜ ਨੂੰ ਮੰਨਿਆ ਜਾਂਦਾ ਹੈ, ਸ਼ਾਇਦ ਅੰਧ ਵਿਸ਼ਵਾਸ ਦੀ ਦੁਨੀਆ ਦੀਆਂ ਆਪ ਜੀ ਨੇ ਗੱਲਾਂ ਸੁਣੀਆਂ ਹੋਣ। ਮੰਤਰਾਂ ਦੇ ਵਿੱਚੋਂ ਗਾਰੁੜੀ ਮੰਤਰ ਵੱਡਾ ਮੰਨਿਆ ਜਾਂਦਾ ਹੈ। ਪੰਛੀਆਂ ਵਿੱਚੋਂ ਗਰੁੜ ਨੂੰ ਵੱਡਾ ਕਰਕੇ ਮੰਨਿਆ ਜਾਂਦਾ ਹੈ। ਕਵੀ ਜੀ ਕਹਿੰਦੇ ਨੇ ਮੇਰੇ ਗੁਰੂ ਦੀ, ਗੁਰੂ ਨਾਨਕ ਦੀ ਜਿਹੜੀ ਸ਼ਰਨ ਹੈ ਇਹ ਖਗੇਸ਼ ਦੇ ਸਮ ਹੈ। ਇਹ ਗਰੁੜ ਪੰਛੀ ਦੇ ਤੁਲ ਹੈ। ਜਗ ਬੰਧਨ ਅਹਰਾਜ ਸੇ, ਮੁਕਤੇ ਤਿਨ ਤੇ ਸੋਏ। ਜਗਤ ਦੇ ਜਿਹੜੇ ਬੰਧਨ ਨੇ ਇਹ ਅਹਰਾਜ ਵਰਗੇ ਨੇ, ਵੱਡੇ ਵੱਡੇ ਸੱਪਾਂ ਵਰਗੇ ਨੇ। ਅੱਜ ਸਾਰੀ ਦੁਨੀਆ ਦੇ ਵਿੱਚ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਵੀ ਸੁਣਾਓ ਜੀ ਕੀ ਹਾਲ ਹੈ, ਤਾਂ ਤੁਹਾਨੂੰ ਜ਼ਰੂਰ ਕਹੇਗਾ ਕਿ ਮੈਂ ਦੁਖੀ ਹਾਂ। ਤੇ ਜੇ ਕੋਈ ਝੂਠ ਬੋਲ ਵੀ ਦਵੇ, ਕਿਉਂਕਿ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਸਾਡੇ ਕੋਲ ਦੋ ਚੀਜ਼ਾਂ ਬੜੀਆਂ ਪ੍ਰਧਾਨ ਨੇ। ਇੱਕ ਤੇ ਸਾਡੇ ਕੋਲੇ ਅਧੂਰਾ ਗਿਆਨ ਹੈ, ਅੱਧਾ ਗਿਆਨ। ਥੋੜੀ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ। ਦੂਸਰਾ ਹੈ ਸਾਡੇ ਕੋਲੇ ਉਧਾਰਾ ਗਿਆਨ ਹੈ। ਆਪਣੀ ਕੋਈ ਸਾਡੀ ਖੋਜ ਨਹੀਂ, ਆਪਣੀ ਸਰਚ ਕੋਈ ਨਹੀਂ ਹੈ। ਅਸੀਂ ਨੀਮ ਹਕੀਮ ਆ। ਬੜੇ ਸਮਾਂ ਪਹਿਲਾਂ ਮੈਂ ਕਿਸੇ ਤੋਂ ਸੁਣਿਆ ਸੀ ਕਿ ਸਿੱਖੀ ਵਿੱਚ ਬਹੁਤੇ ਸੁੰਨੀ ਪ੍ਰਚਾਰਕ ਨੇ। ਇਹ ਗੱਲ ਮੈਂ ਆਪ ਜੀ ਨਾਲ ਪਹਿਲਾਂ ਵੀ ਸਾਂਝੀ ਕੀਤੀ ਹੈ। ਜੇ ਪਤਾ ਕੀਤਾ ਵੀ ਸੁੰਨੀ ਪ੍ਰਚਾਰਕ ਕੀ ਹੁੰਦੇ ਨੇ, ਸੁੰਨੀ ਤਾਂ ਮੁਸਲਮਾਨਾਂ ਦਾ ਇੱਕ ਫਿਰਕਾ ਹੈ। ਮੁਸਲਮਾਨਾਂ ਦੇ ਵਿੱਚ ਦੋ ਫਿਰਕੇ ਨੇ, ਇੱਕ ਸ਼ੀਆ ਹੈ, ਇੱਕ ਸ਼ੀਆ ਹੈ, ਇੱਕ ਸੁੰਨੀ ਹੈ। ਸ਼ੀਆ ਜਿਹੜੇ ਨੇ ਉਹਨਾਂ ਦਾ ਆਪਣਾ ਮੁਲਕ ਇੱਕੋ ਹੀ ਹੈ, ਉਹ ਈਰਾਨ ਹੈ। ਹੈਗੇ ਸਾਰੇ ਮੁਲਕਾਂ ਵਿੱਚ ਨੇ, ਪਰ ਜੇ ਉਹਨਾਂ ਦਾ ਆਪਣਾ ਕੋਈ ਕੰਟਰੀ ਹੈ, ਜਿਨੇ ਅਰਬ ਕੰਟਰੀਆਂ ਦੀ ਗੱਲ ਕਰੀਏ, ਇਸਲਾਮਕ ਕੰਟਰੀਆਂ ਦੀ ਗੱਲ ਕਰੀਏ, ਤੇ ਕੇਵਲ ਈਰਾਨ ਹੈ। ਸ਼ੀਆ ਇੰਡੀਆ ਵਿੱਚ ਵੀ ਹੈਗੇ ਨੇ, ਪਾਕਿਸਤਾਨ ਵਿੱਚ ਵੀ ਬੜੇ ਨੇ। ਇਹਨਾਂ ਦੇ ਆਪਸ ਵਿੱਚ ਝਗੜੇ ਵੀ ਬੜੇ ਨੇ, ਇੱਕ ਦੂਜੇ ਦੀ ਮਸਜਿਦ ਵਿੱਚ ਬੰਬ ਵੀ ਰੱਖ ਦਿੰਦੇ ਨੇ। ਇੱਕ ਸੁੰਨੀ ਮੁਸਲਮਾਨ ਨੇ, ਸੁੰਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸ਼ੀਆ ਜਿਹੜੇ ਨੇ ਇਹਨਾਂ ਦੇ ਵਿੱਚ ਜਿਹੜਾ ਸੂਫੀਆਨਾ ਹੈ ਉਹ ਵੀ ਪ੍ਰਵਾਨ ਹੈ। ਜਿਹੜੇ ਸ਼ੀਆ ਨੇ ਸੁੰਨੀਆਂ ਵਿੱਚ ਨਹੀਂ ਹੈ। ਇਹ ਜਿਹੜੇ ਸੁੰਨੀ ਨੇ ਇਹ ਕਬਰਾਂ ਕੁਬਰਾਂ ਦੀ, ਦਰਗਾਹਾਂ ਦੀ ਪੂਜਾ ਨਹੀਂ ਕਰਦੇ, ਬੜੇ ਕੱਟੜ ਨੇ। ਹੁਣ ਉਹ ਸੱਜਣ ਕਹਿਣ ਲੱਗਾ ਕਿ ਸਾਡੇ ਸਿੱਖਾਂ ਵਿੱਚ ਬੜੇ ਸੁੰਨੀ ਪ੍ਰਚਾਰਕ ਨੇ। ਮੈਂ ਕਿਹਾ ਗੱਲ ਸਿੱਖਾਂ ਦੀ ਗੱਲ ਕਰਦਾ, ਨਾ ਤੂੰ ਮੁਸਲਮਾਨਾਂ ਦਾ ਲੈ ਰਿਹਾ।
वो कहने लगा मैं मुसलमाना का नां नहीं लै रहा, सुन्नी प्रचारक तो भाव है भी जेड़ा सुन सुना के प्रचारक बन गया। कई इदां दी भी ने, इत्थे सुनी उत्थे सुनाती, उतों सुनी मुड़ के इत्थे आके सुनाती। अपनी कोई पढ़ाई नहीं है, कोई स्टडी नहीं है, ना उन्होंने को किताबां पढ़िया ने, ना उन्होंने कोई धर्म ग्रंथों का अध्ययन किया। ये अधूरा ज्ञान चुक के असी तुरे फिरते हैं। तो उधारा ज्ञान भी है भी उन्हें गल कही मैं भी कहती, जिमें किसी ने कहा भी सुना की हाल है, कहता चढ़दी कला है। हुण उन्होंने कहो भी आ जाओ भरा जी चाह पीने आप, हुण उहदी चढ़दी कला सुनोगे तुसी हैरान हो जाओगे। हुण पुछो उन्हों भी बेबे बापू का की हाल है, कवेगा ढिले मठे रहंदे ने। पुछो न्याणिਆਂ का की हाल है, कहता आखे नहीं लगते। पुछो काम धंधे का की हाल है, कहता बस मसा वक्त नूं धक्का दे रहा। तेनों पुछो भी चढ़ती कला कादी सी तेरी बई, ये थोड़ा भी एक निहंग ने कह दिया चढ़ती कला तो तू भी कहेगा चढ़ती कला। ये उधारा ज्ञान है, जिन्हों मर्जी पुछ लो की हाल है, कहते जी बड़ा आनंद है। काहदा आनंद है? कुछ भी नहीं। आनंद एक अवस्था है जिथे मुड़ के दुख नहीं आता। ये बड़ी महान एक अवस्था का नाम आनंद है। सुख का विपरीत शब्द दुख है, दिन का विपरीत शब्द रात है, अमीर का विपरीत शब्द गरीब है, राजे का विपरीत शब्द रंक है। राजा रंक ना को रहे। आनंद का विपरीत शब्द कोई नहीं है। आनंद एक अवस्था है। आनंद आनंद सबको कहे, आनंद गुरु ते हुणे तक कोई गुरु के नेड़े आवेगा उन्होंने पता लगे भी आनंद केड़ी बला दा ना है। नहीं तो अधूरा ही ज्ञान है या उधारा ज्ञान है, किते सुनिया किते सुनाता। हुण कवि जी इत्थे कहंदे ने कि जेड़े संसार दे दुख ने ये तो भाई अहराज वर्गे ने, सप्पा वर्गे ने, ते मेरा गुरु नानक कहंदे उत्ते गरड़ पंछी वर्ग है, वो तो पंछियां दा राजा है। इस करके मैं गुरु नानक दी शरण जाना। ते गुरु नानक जेड़े ने इन्हां सप्पां वर्गे जेड़े बंधन ने जिन्हां दे विच असीं बद्धे होए आ, जकड़े होए आ, सानू इन्हां तो छुड़ा सकदा है, मुक्त कर सकदा है। दुनिया दे बंधन कट्टण वाले दा नाम गुरु नानक है। ते कटदा किवें है? कटदा साडे ओ ज्ञान दे नश्तर नाल है। मेरे गुरु नानक दे कोल ज्ञान दा नश्तर है। ਉਹਦੇ ਕੋਲ एक चाकू है, करद है, वो ज्ञान दी है। ਉਹਦੇ ਨਾਲ ਉਹ ਸਾਡੇ ਬੰਧਨ ਕੱਟ ਦਿੰਦਾ ਹੈ। ਜਿਵੇਂ ਸਾਡੀਆਂ ਰੱਸੀਆਂ ਕੱਟਦੀਆਂ ਨੇ, ਅਸੀਂ ਕੋਈ ਤਿੱਖੀ ਚੀਜ਼ ਲੈ ਕੇ ਉਹਨੂੰ ਰੱਸੀ ਨੂੰ ਬੰਧਨ ਨੂੰ ਕੱਟ ਸਕਦੇ ਹਾਂ। ਗੁਰੂ ਦੇ ਗਿਆਨ ਨਾਲ ਇਹਨਾਂ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਕਵੀ ਜੀ ਅਗਲੀ ਕਥਾ ਲਿਖਣ ਤੋਂ ਪਹਿਲਾਂ गुरु नानक दे पिता महाराज दी शरण दा, गुरु दे चरणों दा ओट आसरा लेंदे ने। हाँ जी। सुन गुरु अंगद गत दानी, कथा रसाल विसाल सुहानी। हे गुरु अंगद साहब, ये बड़ी रसाल कथा है, बड़ी रसदायक कथा है। ये आप जी अगे सुनो। ये बड़ी महान कथा है। मैं फिर बेनती करा, ये जरूर ध्यान विच रखना। देखो जिहड़ा कदे कदाई आउंदा है, शायद उहदे लिए कोई गल बहुती अहमियत नहीं रखती, पर जिवें हुण रोज़ टैलीफोन ते सुनीदा भी, वो कहते ज्ञानी जी असीं तां कोई कथा बेसी नहीं करते। वो कथा इवें सुनते ने जिवें टीवी के एपीसोड वेखीदे ने किसी सीरीयल के। तो उन्होंने वास्ते मैं एक बेनती जरूर करा भी ये जरूर ध्यान रखना कि जिहड़ी कथा असीं बंगला साहब बह के सुन रहे हैं,
ਇਹ ਕਥਾ ਕਿਸੇ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਸੁਣੀ ਹੈ ਤੇ ਸੁਣਾਈ ਭਾਈ ਬਾਲੇ ਨੇ ਹੈ। हे ਗੁਰੂ ਅੰਗਦ ਸਾਹਿਬ ਅਗਲੀ ਕਥਾ ਸੁਣੋ। ਹਾਂਜੀ। ਦੇਵਲੂਤ ਨਿਜ ਪ੍ਰਿਤ ਬੁਲਾਏ, ਤੂਰਨ ਰਾਖਸ਼ ਸਪਤ ਪਠਾਏ। ਜਦੋਂ ਗੁਰੂ ਨਾਨਕ ਦੇ ਪਿਤਾ ਰਾਖਸ਼ਾਂ ਦੀ ਨਗਰੀ ਵਿੱਚ ਚਲੇ ਗਏ, ਇੱਕ ਸੋਹਣੇ ਘਰ ਵਿੱਚ ਸਤਿਗੁਰਾਂ ਦਾ ਆਸਣ ਲੱਗ ਗਿਆ। ਸਾਰੇ ਰਾਖਸ਼ਾਂ ਨੇ ਆ ਕੇ ਮੱਥਾ ਟੇਕਿਆ ਤੇ ਜਿਹੜਾ ਉੱਥੋਂ ਦਾ ਰਾਜਾ ਦੇਵਲੂਤ ਹੈ, ਉਹਨੇ ਕੁਝ ਰਾਖਸ਼, ਕਿਉਂਕਿ ਉਹ ਰਾਜਾ ਵੀ ਰਾਖਸ਼ ਹੈ, ਉਹਦੀ ਪ੍ਰਜਾ ਵੀ ਰਾਖਸ਼ ਹੈ, ਉਹਦੇ ਮੰਤਰੀ ਵੀ ਰਾਖਸ਼ ਨੇ। ਇਹਦਾ ਅਰਥ ਕੀ ਹੈ ਕਿ ਉਹਦੇ ਘਰ ਦੇ ਜਿਹੜੇ ਲਾਲੇ ਗੋਲੇ ਹੋਣਗੇ, ਨੌਕਰ ਚਾਕਰ ਹੋਣਗੇ, ਉਹ ਵੀ ਰਾਖਸ਼ ਨੇ। ਹੁਣ ਉਹਨੇ ਕੁਝ ਆਪਣੇ ਸੇਵਕ ਰਾਖਸ਼ ਬੁਲਾਏ ਨੇ। ਦੇਵਲੂਤ ਨਿਜ ਭ੍ਰਿਤ ਬੁਲਾਏ। ਸਾਹਿਤ ਦੀ ਦੁਨੀਆ ਵਿੱਚ ਨੌਕਰ ਨੂੰ ਭ੍ਰਿਤ ਵੀ ਕਹਿੰਦੇ ਨੇ, ਨੌਕਰ ਭ੍ਰਿਤ। ਤੂਰਨ ਰਾਕਸ਼ ਸਪਤ ਪਠਾਏ। ਹੁਣ ਇਸ ਰਾਜੇ ਨੇ ਜਲਦੀ ਦੇ ਨਾਲ ਉਹਨਾਂ ਨੂੰ ਕਿਹਾ ਵੀ ਭਾਈ ਜਾਓ, ਦੌੜ ਕੇ ਜਾਓ। ਹਾਂਜੀ। ਤਿੰਨ ਤੇ ਫਲ ਮਦਰੇ ਮੰਗਵਾਏ, ਉਤਮ ਔਰ ਅੰਨ ਅਣਵਾਏ। ਉਹਨਾਂ ਨੇ ਸਤਿਗੁਰਾਂ ਵਾਸਤੇ ਫਲ ਮੰਗਵਾਏ, ਕਿਉਂਕਿ ਉਹਨਾਂ ਦੇ ਕੋਲ ਆਪਣੇ ਕੋਲ ਕੀ ਸੀ? ਕੁਝ ਵੀ ਨਹੀਂ। ਉਹ ਤੇ ਰਾਖਸ਼ ਸੀ ਤੇ ਜਾਨਵਰ ਪੰਛੀ ਮਾਰ ਕੇ, ਮਨੁੱਖ ਮਾਰ ਕੇ ਉਹ ਖਾਂਦੇ ਸੀ। ਇਹਦਾ ਅਰਥ ਹੈ ਵੀ ਜਿਵੇਂ ਸਾਡੀ ਰਸੋਈ ਹੈ, ਕਿਚਨ ਹੈ, ਸਾਡਾ ਸਿਸਟਮ ਹੈ ਖਾਣਾ ਬਣਾਉਣ ਪਕਾਉਣ ਦਾ, ਸ਼ਾਇਦ ਉਹਨਾਂ ਦੇ ਇਹ ਰਿਵਾਜ ਹੀ ਨਹੀਂ ਹੋਏਗਾ। ਮੈਂ ਪਹਿਲਾਂ ਵੀ ਆਪ ਜੀ ਨਾਲ ਬੇਨਤੀ ਕੀਤੀ ਵੀ ਗੋਰਿਆਂ ਦੇ ਘਰ ਦਾ ਮਤਲਬ ਜਿਹਦੇ ਘਰ 'ਚ ਕਿਚਨ ਨਹੀਂ ਹੈਗੀ, ਸ਼ੈਂਕ ਹੈਗੀ ਹੈ, ਬਾਸਵੇਸ਼ਨ ਹੈਗੇ ਨੇ, ਪਰ ਗੋਰਿਆਂ ਦੇ ਘਰਾਂ ਵਿੱਚ ਕਿਚਨ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਘਰਾਂ 'ਚ ਬਹੁਤੀ ਕੁਕਿੰਗ ਦੀ ਜਿਹੜੀ ਹੈ ਉਹ ਹੈ ਹੀ ਨਹੀਂ। ਉਹ ਤਾਂ ਪੰਛੀਆਂ ਵਰਗੇ ਲੋਕ ਨੇ, ਪੰਛੀਆਂ ਵਾਂਗੂ ਰਹਿੰਦੇ ਨੇ। ਜਿਹੜੇ ਅਸਲੀ ਗੋਰੇ ਨੇ ਉਹਨਾਂ ਦਾ ਰਹਿਣ ਸਹਿਣ ਜਿਹੜਾ ਉਹ ਬੜਾ ਅਜੀਬ ਹੈ, ਬੜੇ ਸਾਫ ਸੁਥਰੇ ਉਹਨਾਂ ਦੇ ਘਰ ਹੁੰਦੇ ਨੇ। ਉਹ ਸਾਡੇ ਵਰਗੇ ਘਰਾਂ ਦੇ ਵਿੱਚ ਤੋਂ ਅੰਦਰ ਵੜਦੇ ਵੀ ਨਹੀਂ। ਉਹ ਕਹਿੰਦੇ ਤੁਹਾਡੇ ਘਰ 'ਚੋਂ ਤੇ ਤੜਕੇ ਦੀ ਉਹ ਸਮੈਲ ਆਉਂਦੀ ਹੈ, ਜਿਵੇਂ ਸਮੋਕਿੰਗ ਕਰਨ ਵਾਲੇ। ਤੁਸੀਂ ਹੋਟਲ ਦੇ ਕਮਰੇ ਚਲੇ ਜਾਓ ਜਾਂ ਸਮੋਕਿੰਗ ਕਰਨ ਵਾਲੇ ਪਰਿਵਾਰ ਦੇ ਘਰ ਚਲੇ ਜਾਓ ਤੇ ਆਪਾਂ ਅੰਮ੍ਰਿਤਧਾਰੀ ਸਿੰਘ, ਸਾਨੂੰ ਤਾਂ ਸਾਹ ਵੀ ਨਹੀਂ ਆਉਣਾ। ਹਾਲਾਂਕਿ ਉਹ ਕਹਿ ਸਕਦੇ ਨੇ ਵੀ ਇੱਥੇ ਜੀ 2 ਦਿਨ ਹੋ ਗਏ ਨੇ ਕਮਰਾ ਤੇ ਖਾਲੀ ਸੀ, ਪਰ ਸਾਨੂੰ ਉਹਦੇ ਗੱਦਿਆਂ 'ਚੋਂ ਵੀ, ਸਾਨੂੰ ਉਹਦੇ ਕਾਰਪੈਟ ਵਿੱਚੋਂ ਵੀ, ਸਾਨੂੰ ਉਹਦੀ ਆਬੋ ਹਵਾ 'ਚੋਂ, ਕੰਧਾਂ 'ਚੋਂ ਵੀ ਸਾਨੂੰ ਉਹਦੀ ਬੀੜੀ ਸਿਗਰਟ ਦੀ ਉਹ ਸਮੈਲ ਆਈ ਜਾਣੀ ਹੈ, ਉਹ ਬਦਬੂ ਆਈ ਜਾਣੀ ਹੈ ਸਾਨੂੰ। ਹੁਣ ਇਹ ਜਿਹੜੇ ਰਾਖਸ਼ ਨੇ, ਇਹਨਾਂ ਦੇ ਕੋਲ ਵੀ ਸ਼ਾਇਦ ਇੱਦਾਂ ਦਾ ਪ੍ਰਬੰਧ ਨਹੀਂ ਹੋਏਗਾ। ਇਸੇ ਕਰਕੇ ਇਹਨਾਂ ਨੇ ਸੁੰਦਰ ਮਿੱਠੇ ਫਲ ਮੰਗਵਾਏ, ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਸਨਮੁਖ ਭੇਟਾ ਕੀਤੇ। ਹਾਂਜੀ। ਘਰ ਨਾ ਨਿਦ ਕੇ ਧਰੇ ਅਗਾਰੀ, ਹਾਥ ਜੋਰ ਕਰ ਗਿਰਾ ਉਚਾਰੀ। ਸਤਿਗੁਰੂ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਫਿਰ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਛਕੋ। ਹੁਣ ਇਹ ਬੋਲੀ ਮੇਰੀ ਹੈ, ਮੈਂ ਕਹਿ ਰਿਹਾ ਛਕੋ, ਕਿਉਂਕਿ ਆਪਾਂ ਅੱਜ ਛਕੋ ਕਹਿੰਦੇ ਆ। ਹੁਣ ਉਹ ਕਿਹੜੀ ਬੋਲੀ ਬੋਲਦੇ ਹੋਣਗੇ ਤਾਂ ਗੁਰੂ ਨਾਨਕ ਸਾਹਿਬ ਹੀ ਜਾਣਨ। ਭਾਵ ਇਹ ਹੀ ਹੈ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਫਲ ਖਾਣ ਵਾਸਤੇ ਬੇਨਤੀ ਕੀਤੀ। ਹਾਂਜੀ। ਕਰੋ ਰਸੋਈ ਸੰਤ ਜੀ, ਭੋਜਨ ਅਚੋ ਬਣਾਏ। ਕਹਿਣ ਲੱਗੇ ਸੰਤ ਜੀ ਰਸੋਈ ਕਰੋ, ਭੋਜਨ ਛਕੋ। ਅਸੀਂ ਤੁਹਾਡੇ ਵਾਸਤੇ ਫਲ ਭੇਟਾ ਕੀਤੇ ਨੇ, ਫਲ ਲੈ ਕੇ ਆਂਦੇ ਨੇ। ਹਾਂਜੀ। ਸ਼ਰਧਾ ਪੂਰਨ ਕੀਜੀਐ, ਸੁਣ ਸ਼੍ਰੀ ਗੁਰੂ ਅਲਾਏ। ਕਹਿਣ ਲੱਗੇ ਜੀ ਸਾਡੀ ਸ਼ਰਧਾ ਹੈ, ਜੇ ਤੁਸੀਂ ਪੂਰੀ ਕਰ ਦਿਓ ਤਾਂ। ਉਹਨਾਂ ਦੀ ਇਹ ਅਰਦਾਸ ਬੇਨਤੀ ਸੁਣ ਕੇ ਗੁਰੂ ਨਾਨਕ ਦੇ ਪਿਤਾ ਫਿਰ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਸ਼ੁਭ ਉਪਦੇਸ਼ ਜਲਿਹੋ ਹਮਾਰਾ, ਅਸਣ ਕਰੇ ਤਬ ਅੰਗੀਕਾਰਾ। ਸਤਿਗੁਰੂ ਜੀ ਕਹਿਣ ਲੱਗੇ ਜੇ ਭਾਈ ਤੁਸੀਂ ਸਾਡਾ ਉਪਦੇਸ਼ ਧਾਰਨ ਕਰੋ ਤੇ
ਅਸੀਂ ਤੁਹਾਡੇ ਫਲ ਖਾ ਲੈਂਦੇ ਆ। ਹੁਣ ਇਹਦੀ ਜਿਹੜੀ ਸਾਦੀ ਭਾਸ਼ਾ ਉਹ ਇਹ ਹੈ, ਸਾਦੀ ਗੱਲ ਜਿਹੜੀ ਬੋਲੀ ਹੈ ਕਿ ਤੁਸੀਂ ਸਾਡੀ ਗੱਲ ਮੰਨ ਲਓ, ਅਸੀਂ ਤੁਹਾਡੀ ਮੰਨ ਲੈਂਦੇ ਆ। ਜੇ ਤੁਸੀਂ ਸਾਡਾ ਉਪਦੇਸ਼ ਧਾਰਨ ਕਰੋਗੇ ਤੇ ਫਿਰ ਅਸੀਂ ਤੁਹਾਡੀ ਇਹ ਭੇਟਾ ਪ੍ਰਵਾਨ ਵੀ ਕਰ ਲਵਾਂਗੇ। ਤੁਹਾਡਾ ਇਹ ਜਿਹੜੇ ਤੁਸੀਂ ਫਲ ਲੈ ਕੇ ਆਏ ਹੋ ਇਹ ਅਸੀਂ ਛਕ ਲਵਾਂਗੇ। ਹਾਂਜੀ। ਜਾਉ ਨਹਿ ਤੁਮਰੋ ਖਾਏ ਕਦਾਪੀ, ਹੋ ਸਭ ਜੀਵਨ ਕੇ ਸੰਤਾਪੀ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਕਿ ਜੋ ਨਹਿ ਤੁਮਰੋ ਖਾਏ ਕਦਾਪੀ, ਜੇ ਤੁਸੀਂ ਕਰੋ ਪਾਪ ਕਰਮ ਤੇ ਅਸੀਂ ਛਕੀਏ ਤੁਹਾਡਾ ਭੋਜਨ। ਸਤਿਗੁਰੂ ਕਹਿੰਦੇ ਬਿਲਕੁਲ ਨਹੀਂ ਛਕਾਂਗੇ ਭਾਈ। ਪਾਪੀਆਂ ਦੀ ਰੋਟੀ ਕਿਉਂ ਖਾਣੀ ਹੈ? ਪਾਪੀਆਂ ਦੇ ਫਲ ਕਿਉਂ ਖਾਣੇ ਨੇ? ਪਾਪੀ ਮਨੁੱਖਾਂ ਦੇ ਘਰੋਂ ਕੋਈ ਪਦਾਰਥ ਕਿਉਂ ਉਹਦਾ ਸੇਵਨ ਕਰਨਾ ਹੈ ਭਾਈ? ਅਸਨ ਕਰੇ ਤਬ ਅੰਗੀਕਾਰਾ, ਜਦੋਂ ਤੁਸੀਂ ਗੱਲ ਮੰਨੋਗੇ ਹੋ ਸਭ ਜੀਵਨ ਕੇ ਸੰਤਾਪੀ, ਤੁਸੀਂ ਤਾਂ ਭਾਈ ਪਾਪ ਕਰਨ ਵਾਲੇ ਹੋ ਤੇ ਜਿਹੜਾ ਤੁਹਾਡੇ ਘਰ ਦਾ ਭੋਜਨ ਖਾਏਗਾ ਉਹ ਵੀ ਸੰਤਾਪ ਭੋਗੇਗਾ। ਇਸ ਕਰਕੇ ਤੁਸੀਂ ਬਚਨ ਮੰਨੋਗੇ ਤਾਂ ਅਸੀਂ ਭੋਜਨ ਛਕ ਲਵਾਂਗੇ। ਹਾਂਜੀ। ਦੇਵਲੂਤ ਕਹਿ ਜਿਹ ਬਿਦ ਕਹਿ ਹੋ, ਸ਼੍ਰੀ ਪ੍ਰਭ ਜੀ ਤਿਸ ਬਿਨ ਮੈਂ ਰਹਿ ਹੋ। ਅੱਗੋਂ ਦੇਵਲੂਤ ਕਹਿਣ ਲੱਗਾ ਜੀ ਤੁਸੀਂ ਹੁਕਮ ਕਰੋ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਜੋ ਤੁਸੀਂ ਕਹੋਗੇ ਉਹੀ ਕਰਾਂਗੇ, ਤੁਹਾਡਾ ਹਰ ਵਚਨ ਮੰਨਾਂਗੇ, ਤੁਹਾਡਾ ਹਰ ਹੁਕਮ ਮੰਨਾਂਗੇ, ਤੁਹਾਡੀ ਆਗਿਆ ਦਾ ਪਾਲਣ ਕਰਾਂਗੇ। ਹਾਂਜੀ। ਕਰੋ ਆਪ ਉਪਦੇਸ਼ੈ ਜੋਈ, ਸੁਣ ਕਰ ਕਰੋ ਕ੍ਰਿਤ ਸਭ ਸੋਈ। ਜੋ ਉਪਦੇਸ਼ ਤੁਸੀਂ ਦਿਓਗੇ ਅਸੀਂ ਤੁਹਾਡੇ ਉਪਦੇਸ਼ ਦੇ ਮੁਤਾਬਕ ਕਿਰਤ ਕਰਾਂਗੇ, ਹਰ ਕੰਮ ਕਰਾਂਗੇ। ਸਿੱਖੀ ਇਹੋ ਹੀ ਹੈ। ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸੇ ਕਰਨਾ। ਸਿੱਖੀ ਦਾ ਕਰਮ ਹੀ ਹੈ, ਉਹ ਕਰਮ ਸਿੱਖੀ ਦਾ ਨਹੀਂ ਹੈ ਜਿਹੜਾ ਅਸੀਂ ਬਣਾ ਲਿਆ। ਜੇ ਪੁੱਛੋ ਵੀ ਇਹ ਕੀ ਹੈ, ਕਿ ਨਹੀਂ ਜੀ ਸਾਡੇ ਮਹਾਂਪੁਰਖਾਂ ਨੇ ਕਿਹਾ ਹੈ। ਵੀ ਤੁਹਾਡੇ ਮਹਾਂਪੁਰਖਾਂ ਦੀ ਕਿਹੜੀ ਸਿੱਖੀ ਹੈ ਬਈ? ਸਿੱਖੀ ਤਾਂ ਗੁਰੂ ਨਾਨਕ ਦੀ ਹੈ। ਚਾਹੀਦਾ ਤੇ ਅਸੀਂ ਵੀ ਤੁਹਾਡੇ ਮਹਾਂਪੁਰਖ ਵੀ ਗੁਰੂ ਨਾਨਕ ਦੀ ਜਿਹੜੀ ਸਿੱਖਿਆ ਹੈ ਉਹਦੇ ਧਾਰਨੀ ਹੁੰਦੇ, ਪਰ ਪਤਾ ਨਹੀਂ ਅਸੀਂ ਉਹ ਸੋ ਕਾਲਡ ਦੇ ਧਾਰੀ ਗੁਰੂ ਕਿੱਥੋਂ ਲੱਭ ਕੇ ਲਿਆਂਦੇ ਨੇ। ਸਾਡੇ 'ਚ ਬੜੇ ਲੋਕ ਨੇ, ਨਹੀਂ ਜੀ ਅਸੀਂ ਨਹੀਂ ਮੰਨਦੇ ਜੀ ਕਿਸੇ ਨੂੰ। ਮੰਨਦੇ ਕਿਉਂ ਨਹੀਂ? ਅਸੀਂ ਬਾਬੇ ਤੋਂ ਕਹਿ ਬਿਨਾ ਸੁੱਤੇ ਨਹੀਂ ਉੱਠਦੇ, ਬਾਬੇ ਦੇ ਕਹਿ ਬਿਨਾ ਅਸੀਂ ਸੌਂਦੇ ਨਹੀਂ। ਫਿਰ ਅਸੀਂ ਕਹਿੰਦੇ ਜੀ ਅਸੀਂ ਤਾਂ ਕਿਸੇ ਨੂੰ ਮੰਨਦੇ ਹੀ ਨਹੀਂ ਜੀ। ਕਿਉਂ ਨਹੀਂ ਮੰਨਦੇ ਭਾਈ? ਤੁਸੀਂ ਦੱਸੋ, ਤੁਸੀਂ ਗੁਰੂ ਦੀ ਕਿਹੜੀ ਮੰਨਦੇ ਹੋ? ਸਿੱਖ ਦਾ ਜਿਹੜਾ ਕਰਮ ਇਹ ਹੈ ਕਿ ਜੋ ਗੁਰੂ ਨੇ ਕਹਿਣਾ ਉਹ ਕਰਨਾ। ਹੁਣ ਉਹ ਕੀ ਹੈ? ਉਹ ਸਿਰਫ ਇੰਨਾ ਹੀ ਹੈ ਕਿ ਭਾਈ ਤੁਸੀਂ ਕੇਸ ਰੱਖਣੇ ਆ, ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਪਹਿਲਾਂ ਚਰਨ ਪੌਲ ਸੀ, ਹੁਣ ਖੰਡੇ ਬਾਟੇ ਦੀ ਪੌਲ ਹੈ। ਇਹ ਜ਼ਰੂਰ ਧਾਰਨ ਕਰਨੀ ਹੈ। ਇਸ ਤੋਂ ਇਲਾਵਾ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਪਾਠ ਕਰਨਾ, ਸੰਗਤ ਕਰਨੀ, ਸੇਵਾ ਕਰਨੀ, ਕਿਰਤ ਕਰਨੀ, ਵੰਡ ਛਕਣਾ। ਸਿੱਖੀ ਇੰਨੀ ਹੈ। ਹੁਣ ਇਸ ਤੋਂ ਅਗਲਾ ਜਿਹੜਾ ਬਣ ਗਿਆ, ਉਹ ਜੀ ਗਾਤਰਾ ਕਿੰਨਾ ਚੌੜਾ ਪਾਉਣਾ ਹੈ ਜੀ, ਕਛਹਿਰਾ ਕਿੰਨਾ ਲੰਬਾ ਪਾਉਣਾ ਹੈ ਜੀ, ਕਿਰਪਾਨ ਕਿੰਨੀ ਲੰਬੀ ਫੜਨੀ ਹੈ ਜੀ। ਹੁਣ ਇਹ ਉਹ ਭੇਖ ਬਣ ਗਿਆ। ਇਹ ਤੁਸੀਂ ਵੇਖੋਗੇ ਕਿ ਜਿਸ ਵਿਅਕਤੀ ਨੇ ਸਿੱਖੀ ਦੇ ਪ੍ਰਤੀ ਸਾਨੂੰ ਪ੍ਰੇਰਿਆ, ਅਸੀਂ ਇਕੱਲੀ ਉਹਦੀ ਗੁਰਮਤਿ ਦੀ ਪ੍ਰੇਰਣਾ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਇਆ, ਅਸੀਂ ਉਦੋਂ ਅੱਗੇ ਵੀ ਚਲੇ ਗਏ। ਨਤੀਜਾ ਕੀ ਨਿਕਲਿਆ ਕਿ ਜਿਹੜਾ ਧਰਮ ਸੀ ਸਿੱਖੀ ਵਾਲਾ ਉਹ ਤਾਂ ਪਿੱਛੇ ਰਹਿ ਗਿਆ ਤੇ ਅਸੀਂ ਕਿਤੇ ਸਾਡਾ ਟਰੈਕ ਹੀ ਚੇਂਜ ਹੋ ਗਿਆ, ਅਸੀਂ ਕਿਤੇ ਹੋਰ ਪਹੁੰਚ ਗਏ। ਚਾਹੀਦਾ ਇਹ ਸੀ ਕਿ ਅਸੀਂ ਸਾਰੇ ਸਿੱਖੀ ਨਾਲ ਜੁੜੇ ਰਹਿੰਦੇ, ਔਰ ਐਸੇ ਮਹਾਂਪੁਰਖਾਂ ਦੀ ਕੋਈ ਕਮੀ ਥੋੜ੍ਹਾ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਸਾਡੇ ਕੋਲ ਸੰਤ ਬਾਬਾ ਹਰਬੰਸ ਸਿੰਘ ਜੀ ਹੋਏ,
ਤੁਸੀਂ ਯਕੀਨ ਕਰਨਾ ਜੇ ਤਾਬਿਆ ਬਹਿ ਕੇ ਕਹਿ ਦਿੱਤਾ ਵੀ ਸੰਤ ਬਾਬਾ ਹਰਬੰਸ ਸਿੰਘ ਜੀ, ਤੇ ਜਦੋਂ ਮਿਲਣਾ ਉਦੋਂ ਪਹਿਲੀ ਗੱਲ ਪਤਾ ਨਹੀਂ ਕਿੱਥੋਂ ਚੇਤੇ ਰੱਖਦੇ ਸੀ। ਉਹ ਕਹਿੰਦੇ ਹੁੰਦੇ ਸੀ ਵੀ ਮੈਨੂੰ ਸੰਤ ਨਾ ਕਿਹਾ ਕਰੋ। ਪੁੱਛਣਾ ਬਾਬਾ ਜੀ ਕੀ ਕਹੀਏ? ਕਹਿਣਾ ਜਹੇਦਾਰ ਕਹਿ ਦਿਆ ਕਰੋ ਜਾਂ ਹਰਬੰਸ ਸਿੰਘ ਕਹਿ ਦਿਆ ਕਰੋ। ਕਿ ਉਹਨਾਂ ਦੀ ਦੁਨੀਆ 'ਚ ਮਾਨਤਾ ਘੱਟ ਹੈ। ਅੱਜ ਤੁਸੀਂ ਮੈਨੂੰ ਦੱਸ ਦਿਓ ਵੀ ਉਹਨਾਂ ਦੇ ਕਿਹੜੇ ਜੋੜੇ ਨੇ ਤੇ ਕਿਹੜੀਆਂ ਉਹਨਾਂ ਦੀਆਂ ਕੀਮਤੀ ਚੀਜ਼ਾਂ ਅੱਜ ਇੱਥੇ ਡੇਰੇ ਵਿੱਚ ਹੈਗੀਆਂ ਨੇ। ਸਾਰੀ ਉਮਰ ਹੱਥ 'ਤੇ ਪ੍ਰਸ਼ਾਦਾ ਛਕਿਆ, ਸਾਦੀ ਮੰਜੀ 'ਤੇ ਸੌਂ ਲਿਆ, ਖੂੰਡਾ ਫੜ ਕੇ ਸਾਰੀ ਉਮਰ ਕੱਢ ਦਿੱਤੀ। ਧੌੜੀ ਵਾਲੀ ਉਹ ਜੁੱਤੀ ਪਾਉਂਦੇ ਸੀ, ਖੱਦਰ ਦੀ ਉਹ ਕੁੜਤੀ ਪਾਉਂਦੇ ਸੀ। ਹੁਣ ਤੇ ਮਤਲਬ ਸੰਤ ਦਾ ਵੀ ਇੱਕ ਵੱਖਰਾ ਟਸ਼ਨ ਹੈ, ਮਤਲਬ ਗੱਡੀ ਵੀ ਇੱਕ ਸਟੇਟਸ ਹੈ ਉਹਦੇ ਵਿੱਚ। ਉਹ ਐਸਾ ਇੱਕ ਡਰਾਮਾ ਸ਼ੁਰੂ ਹੋ ਗਿਆ, ਨਤੀਜਾ ਕੀ ਨਿਕਲਿਆ ਕਿ ਜਿਹੜੀ ਸਾਦੀ ਸਿੱਖੀ ਸੀ ਉਹ ਬੜੀ ਮਹਿੰਗੀ ਹੋ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਤੁਸੀਂ ਰਾਖਸ਼ ਹੋ, ਅਸੀਂ ਤੁਹਾਡੇ ਘਰ ਦਾ ਭੋਜਨ ਨਹੀਂ ਖਾਣਾ, ਤੇ ਜੇ ਤੁਸੀਂ ਸਾਨੂੰ ਖਵਾਉਣਾ ਹੈ ਤੇ ਫਿਰ ਤੁਹਾਨੂੰ ਸਾਡੀ ਗੱਲ ਮੰਨਣੀ ਪੈਗੀ। ਉਹ ਦੇਵਲੂਤ ਕਹਿਣ ਲੱਗਾ, ਜੀ ਹੁਕਮ ਕਰੋ, ਤੁਸੀਂ ਉਪਦੇਸ਼ ਦਿਓ। ਕਰੋ ਆਪ ਉਪਦੇਸ਼ੈ ਸੋਈ, ਸੁਣ ਕਰ ਕਰੋ ਕਰਿਤ ਮੈਂ ਸੋਈ। ਕਹਿਣ ਲੱਗਾ, ਜੀ ਹੁਕਮ ਜੋ ਤੁਸੀਂ ਕਰੋਗੇ ਮੈਂ ਬਿਲਕੁਲ ਤੁਹਾਡੀ ਆਗਿਆ ਦਾ ਪਾਲਣ ਕਰਾਂਗਾ, ਮੈਂ ਤੁਹਾਡੇ ਹੁਕਮ ਨੂੰ ਆਪਣੇ ਜੀਵਨ ਵਿੱਚ ਮੰਨਾਂਗਾ, ਕਮਾਵਾਂਗਾ। ਹਾਂਜੀ। ਭਾ ਅਨਸਾਰ ਪਿਖਿਓ ਗੁਣ ਖਾਨੀ, ਕੋ ਮਤ ਕਦਣ ਕੋ ਬੋਲੇ ਬਾਨੀ। ਫਿਰ ਗੁਰੂ ਨਾਨਕ ਦੇ ਪਿਤਾ ਜੀ ਨੇ ਉਪਦੇਸ਼ ਦਿੱਤਾ, ਜਿਹੜੇ ਕੁਮਤ ਦੇ ਕਦਨ ਵਾਲੇ, ਭੈੜੀ ਮਤ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਨੇ। ਫਿਰ ਉਹਨਾਂ ਨੇ ਇਹਨਾਂ ਰਾਖਸ਼ਾਂ ਨੂੰ ਸਿੱਖਿਆ ਦਿੱਤੀ, ਗਿਆਨ ਦਿੱਤਾ, ਉਪਦੇਸ਼ ਦਿੱਤਾ। ਕਦੋਂ ਦਿੱਤਾ? ਪਹਿਲਾਂ ਉਹਨਾਂ ਨੂੰ ਅਧਿਕਾਰੀ ਬਣਾਇਆ। ਹੁਣ ਇੱਥੇ ਮੇਰੇ ਵਰਗੇ ਦਾ ਕੋਈ ਗਿਆਨ ਲਵੇ ਨਾ ਲਵੇ, ਉਹ ਧੱਕੇ ਨਾਲ ਹੀ ਦੇਣ ਨੂੰ ਤੁਰਿਆ ਫਿਰਦਾ। ਸਾਡੇ ਵਿੱਚ ਇਸ ਚੀਜ਼ ਨੇ ਅੱਜ ਸਿੱਖੀ ਨੂੰ ਬਹੁਤ ਸਸਤਾ ਕਰ ਦਿੱਤਾ। ਐਡ ਆਉਂਦੀ ਹੈ ਕਿ ਤੁਸੀਂ ਆਹ ਕਰ ਲਓ ਜੀ, ਅਸੀਂ ਉਹ ਜਿਵੇਂ ਨਹੀਂ ਹੁੰਦਾ ਦੀਵਾਲੀ ਬੰਪਰ ਚੱਲਦਾ ਉਵੇਂ ਚੱਲਦੀ ਅੱਜ ਕੱਲ੍ਹ, ਕਿ ਅਸੀਂ ਲੋਕਾਂ ਨੂੰ ਲਾਲਚ ਦਿੰਦੇ ਹਾਂ। ਲਾਲਚ ਦੀ ਲੋੜ ਨਹੀਂ ਹੈ। ਜਿਸ ਵਿਅਕਤੀ ਨੂੰ ਤੁਸੀਂ ਲਾਲਚ ਦਿਓਗੇ, ਯਾਦ ਰੱਖਣਾ, ਜੇ 5 ਕਿਲੋ ਆਟੇ ਨਾਲ ਕਿਸੇ ਨੂੰ ਸਿੱਖੀ ਦਿਓਗੇ ਤੇ ਜੇ ਕਿਸੇ ਨੇ 6 ਕਿਲੋ ਦੇਤਾ ਉਹਨੇ ਛੱਡ ਦੇਣੀ ਜੇ। ਸਿੱਖੀ ਦੇ ਅਧਿਕਾਰੀ ਬਣਾਓ। ਜਦੋਂ ਕੋਈ ਸਿੱਖੀ ਦਾ ਅਧਿਕਾਰੀ ਬਣੇਗਾ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬਿਲਕੁਲ ਨਹੀਂ ਕਿਹਾ, ਉਹਨਾਂ ਨੇ ਆਪ ਆ ਕੇ ਮੱਥਾ ਟੇਕਿਆ। ਉਹ ਤੇ ਨਗਰੀ ਦੇ ਬਾਹਰ ਬੈਠੇ ਸੀ, ਰਾਜਾ ਤੇ ਸਤਿਗੁਰਾਂ ਨੂੰ ਭਖਣ ਵਾਸਤੇ ਆਇਆ, ਖਾਣ ਵਾਸਤੇ ਆਇਆ। ਪਰ ਜਦੋਂ ਅੱਖਾਂ ਤੋਂ ਦਿਸਣਾ ਬੰਦ ਹੋਣ ਲੱਗਾ ਤੇ ਚਰਨਾਂ ਤੇ ਢਹਿ ਪਿਆ। ਫਿਰ ਆਪਣੀ ਨਗਰੀ ਵਿੱਚ ਲਾਇਆ, ਫਿਰ ਅੱਗੇ ਫਲ ਰੱਖ ਦਿੱਤੇ। ਕਹਿਣ ਲੱਗਾ, ਜੀ ਛਕੋ, ਰਸੋਈ ਤਿਆਰ ਹੋਈ ਹੈ, ਤੁਹਾਡੇ ਵਾਸਤੇ ਭੋਜਨ ਪਰੋਸੇ ਨੇ, ਪਦਾਰਥ ਫਲ ਲਿਆਂਦੇ ਨੇ। ਸਤਿਗੁਰੂ ਕਹਿੰਦੇ, ਨਹੀਂ, ਜੇ ਤੁਸੀਂ ਬਚਨ ਮੰਨੋਗੇ। ਹੁਣ ਉਹਨਾਂ ਕਿਹਾ, ਜੀ ਮੰਨਾਂਗੇ। ਤਦੋਂ ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਹਾਂਜੀ। ਪ੍ਰਿਥਮ ਤਜੋ ਆਮਿਖ ਕੋ ਖਾਨਾ, ਕਰੋ ਜਾ ਸਹਿਤ ਜੀਵਨ ਹਾਨਾ। ਸਤਿਗੁਰੂ ਕਹਿਣ ਲੱਗੇ, ਪਹਿਲੀ ਤਾਂ ਤੁਸੀਂ ਆਪਣੀ ਜਿਹੜੀ ਤੁਹਾਡੀ ਖੁਰਾਕ ਹੈ ਇਹਨੂੰ ਬਦਲੋ। ਰੋਜ਼ ਜੀਵਾਂ ਨੂੰ ਮਾਰ ਕੇ ਮਾਸ ਖਾਣਾ, ਕਹਿਣ ਲੱਗੇ, ਇਹਨੂੰ ਬੰਦ ਕਰੋ। ਹੁਣ ਇਹੀ ਰਾਖਸ਼ ਕਰਮ ਸੀ ਨਾ, ਬਾਕੀ ਤੇ ਉਹ ਗੱਲਾਂ ਤੇ ਠੀਕ ਠਾਕ ਕਰਦੇ ਸੀ। ਜਦੋਂ ਮਿਲੇ ਨੇ ਸਤਿਗੁਰਾਂ ਨੂੰ ਮੁੜ ਕੇ ਬੜਾ ਠੀਕ ਠਾਕ ਮਿਲੇ ਨੇ। ਉਹਨਾਂ ਨੂੰ ਆਓ ਭਗਤ ਕਰਨੀ ਵੀ ਆਉਂਦੀ ਹੈ। ਸੋਹਣੇ ਸੋਹਣੇ ਉਹਨਾਂ ਨੇ ਘਰ ਵੀ ਪਹਿਲਾਂ ਬਣਾਏ ਹੋਏ ਸੀ, ਪਰ ਉਹਨਾਂ ਦੇ ਕਰਮ ਰਾਖਸ਼ਾਂ ਵਾਲੇ ਸੀ ਕਿ ਰੋਜ਼ ਜਾਨਵਰ ਬੰਦੇ ਲੱਭਣੇ ਤੇ ਉਹਨਾਂ ਨੂੰ ਤਲ ਕੇ, ਉਹਨਾਂ ਨੂੰ ਭੁੰਨ ਕੇ ਖਾ ਜਾਣਾ। ਹਾਂਜੀ। ਸਿਮਰੋ ਬਹੁਰ ਨਾਮ ਸੁਖ ਪਾਈ, ਦਵੈ ਲੋਕਣ ਜੋ ਹੋਤ ਸਹਾਈ। ਪਹਿਲੀ ਗੱਲ ਕਿ ਪਾਪ ਦੀ ਕਿਰਤ ਅੱਜ ਤੋਂ ਬਾਅਦ ਤੁਸੀਂ ਨਹੀਂ ਕਰਨੀ। ਦੂਜੀ ਗੱਲ, ਤੁਸੀਂ ਨਾਮ ਜਪਣਾ ਹੈ। ਹਰ ਸਿੱਖ ਨੂੰ ਹੁਕਮ ਹੈ ਕਿਰਤ ਕਰਨੀ। ਮੰਗ ਕੇ ਖਾਣਾ, ਠੱਗ ਕੇ ਖਾਣਾ, ਲੁੱਟ ਕੇ ਖਾਣਾ, ਇਹ ਸਿੱਖੀ ਵਿੱਚ ਤਿੰਨੋਂ ਗੱਲਾਂ ਪਾਪ ਨੇ।
ਕਮਾ ਕੇ ਖਾਣਾ ਪਾਪ ਨਹੀਂ ਹੈ? ਕੀ ਗੁਰਬਾਣੀ ਵਿੱਚ ਜੁੱਤੀਆਂ ਗੰਢਣ ਵਾਲੇ ਦੀ ਬਾਣੀ ਦਰਜ ਨਹੀਂ? ਫਿਰ ਕਿਹੜੀ ਕਿਰਤ ਮਾੜੀ ਹੈ? ਗੁਰੂ ਨਾਨਕ ਦੇ ਘਰ ਵਿੱਚ ਤੁਸੀਂ ਦੱਸ ਦਿਓ ਵੀ ਕਿਹੜੀ ਕਿਰਤ ਮਾੜੀ ਹੈ? ਕੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਵਿਆਹ ਸ਼ਾਦੀਆਂ ਤੇ ਚੌਲ ਬਣਾਉਣੇ, ਦਾਲਾਂ ਬਣਾਉਣੀਆਂ, ਨਾਈ ਦੀ ਕਿਰਤ ਕਰਨ ਵਾਲੇ ਕੀ ਭਗਤ ਸੈਣ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ? ਕਿ ਕੱਪੜਾ ਬੁਣਨ ਵਾਲੇ ਭਗਤ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ? ਜੇ ਇਹਨਾਂ ਸਾਰੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਤੇ ਇਹਦਾ ਅਰਥ ਹੈ ਵੀ ਉਹਨਾਂ ਦੀ ਕਿਰਤ ਵੀ ਪ੍ਰਵਾਨ ਹੈ। ਕੰਮ ਕੋਈ ਵੀ ਮਾੜਾ ਨਹੀਂ ਹੈ। ਚੋਰੀ ਮਾੜੀ ਹੈ, ਠੱਗ ਖਾਣਾ ਮਾੜਾ ਹੈ, ਮੁਰਦਾਰ ਖਾਣਾ ਪਾਪ ਹੈ, ਕਮਾ ਕੇ ਖਾਣਾ ਪਾਪ ਨਹੀਂ ਹੈ। ਤੁਸੀਂ ਮਿਹਨਤ ਕਰਕੇ ਖਾਣੇ ਕੋਈ ਪਾਪ ਨਹੀਂ। ਮਿਹਨਤ ਕਰਨੀ, ਧਰਮ ਦੀ ਕਿਰਤ ਕਰਨੀ ਹੈ ਤੇ ਪਰਮੇਸ਼ਰ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਉਹਦਾ ਨਾਮ ਜਪਣਾ ਹੈ। ਹਾਂਜੀ। ਚਿਰੰਕਾਲ ਭਾ ਤੁਮ ਕੁਲ ਮਾਹੀ, ਭਇਓ ਪ੍ਰਹਿਲਾਦ ਜਪਿਓ ਮੁਖ ਤਾਹੀ। ਚਿਰੰਕਾਲ ਭਾ ਤੁਮ ਕੁਲ ਮਾਹੀ। ਵੇਖ ਰਾਜਨ, ਬਹੁਤ ਸਮਾਂ ਬਤੀਤ ਹੋ ਗਿਆ, ਤੁਹਾਡੀ ਕੁੱਲ ਵਿੱਚ ਇੱਕ ਰਾਖਸ਼ ਪੈਦਾ ਹੋਇਆ ਸੀ। ਭਾਵ ਜਿਹੜੀ ਵੰਸ਼ ਵਿੱਚ ਤੂੰ ਹੈ, ਇਸ ਵੰਸ਼ ਦੇ ਇੱਕ ਤੁਹਾਡਾ ਵੱਡਾ ਸੀ, ਉਹਦਾ ਨਾਂ ਸੀ ਭਗਤ ਪ੍ਰਹਿਲਾਦ। ਰਾਖਸ਼ਾਂ ਦੀ ਕੁੱਲ ਵਿੱਚ ਭਗਤ ਪ੍ਰਹਿਲਾਦ ਦਾ ਜਨਮ ਹੋਇਆ। ਹਾਂਜੀ। ਦਵੈ ਲੋਕਣ ਮਹਿ ਤਾਂ ਕੀ ਰਾਖੀ, ਚੱਲੀ ਜਾਤ ਅਜ ਹੂੰ ਲਓ ਸਾਖੀ। ਰਾਖਸ਼ਾਂ ਦੇ ਵਿੱਚ ਭਗਤ ਪ੍ਰਹਿਲਾਦ ਜੰਮਿਆ ਤੇ ਜਿਸ ਪਰਮਾਤਮਾ ਨੇ ਭਗਤ ਨੂੰ ਪੈਦਾ ਕੀਤਾ, ਉਸ ਪਰਮਾਤਮਾ ਨੇ ਉਸ ਭਗਤ ਦੀ ਦੋ ਲੋਕਾਂ ਵਿੱਚ ਰੱਖੀ। ਸਤਿਗੁਰੂ ਕਹਿੰਦੇ ਅੱਜ ਤੱਕ ਭਾਈ ਸਾਖੀ ਸੁਣ ਲਓ, ਦੁਨੀਆ ਸੁਣਾਉਂਦੀ ਹੈ ਕਿ ਭਗਤ ਪ੍ਰਹਿਲਾਦ ਨੂੰ ਪਰਮਾਤਮਾ ਨੇ ਆਪ ਰੱਖਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੜੇ ਸਾਰੇ ਪਾਠ ਨੇ। ਖਾਸ ਕਰਕੇ ਭਗਤ ਪ੍ਰਹਿਲਾਦ ਦਾ ਬੜਾ ਜ਼ਿਕਰ ਆਉਂਦਾ ਹੈ। ਸਤਿਗੁਰੂ ਕਹਿਣ ਲੱਗੇ ਭਾਈ ਉਹ ਵੀ ਤੁਹਾਡੀ ਕੁੱਲ ਵਿੱਚ ਸੀ, ਮਤ ਸੋਚੋ ਕਿ ਕੱਲਾ ਹਰਨਾਕਸ਼ ਤੁਹਾਡੀ ਕੁੱਲ ਵਿੱਚ ਹੈ। ਨਹੀਂ, ਤੁਹਾਡੀ ਕੁੱਲ ਦੇ ਵਿੱਚ ਭਗਤ ਪ੍ਰਹਿਲਾਦ ਵੀ ਹੋਇਆ। ਹਾਂਜੀ। ਹਰਨਾਖਸ਼ ਪਿਤ ਬਹੁ ਦੁਖ ਦੀਨੋ, ਤਦਪ ਨਾਮ ਕੋ ਤਜਨ ਨ ਕੀਨੋ। ਉਹਦੇ ਪਿਤਾ ਹਰਨਾਕਸ਼ ਨੇ ਭਗਤ ਪ੍ਰਹਿਲਾਦ ਨੂੰ ਬੜੇ ਦੁੱਖ ਦਿੱਤੇ, ਪਹਾੜ ਤੋਂ ਸੁੱਟ ਦਿੱਤਾ, ਅੱਗ ਦੇ ਵਿੱਚ ਬਿਠਾ ਦਿੱਤਾ, ਫਿਰ ਗਰਮ ਥੰਮ ਕਰਕੇ ਉਹਦੇ ਨਾਲ ਚਪਕਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਹੀ ਬਸ ਨਹੀਂ, ਪਿਤਾ ਨੇ ਫਿਰ ਤਲਵਾਰ ਕੱਢ ਲਈ, ਖੜ ਕੱਢ ਲਈ, ਕਹਿੰਦਾ ਮੈਂ ਤੈਨੂੰ ਆਪਣੇ ਹੱਥੀ ਤੇਰੇ ਦੋ ਟੋਟੇ ਕਰ ਦਿਆਂਗਾ। ਪਰ ਕੀ ਹੋਇਆ? ਉਸ ਪ੍ਰਭੂ ਪਰਮਾਤਮਾ ਨੇ ਆਪ ਭਗਤ ਪ੍ਰਹਿਲਾਦ ਦੀ ਪੈਜ ਰੱਖ ਲਈ, ਇੱਥੋਂ ਤੱਕ ਕਿ ਨਰਸਿੰਘ ਰੂਪ ਧਾਰਨ ਕਰ ਲਿਆ। ਉਹ ਜਿਹੜਾ ਪਰਮਾਤਮਾ ਅਜੂਨੀ ਸੀ, ਉਹ ਨਰਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋ ਗਿਆ ਤੇ ਹਰਨਾਕਸ਼ ਨਖੀ ਬਦਾਰਿਆ, ਆਪਣੇ ਨੌਵਾਂ ਨਾਲ ਹੀ ਉਹਦਾ ਸਾਰਾ ਸਰੀਰ ਪਾੜ ਦਿੱਤਾ। ਹਾਂਜੀ। ਪ੍ਰਭ ਕੀ ਭਗਤ ਕਰੋ ਮਨ ਲਾਈ, ਭਿਖੋ ਬਪੀਖਣ ਹੈ ਅਬ ਤਾਈ। ਸਤਿਗੁਰੂ ਕਹਿਣ ਲੱਗੇ ਭਾਈ ਪ੍ਰਭੂ ਦੀ ਭਗਤੀ ਮਨ ਲਾ ਕੇ ਕਰਨੀ ਹੈ। ਅਸੀਂ ਕਰਦੇ ਹਾਂ ਅਗਰਬੱਤੀ ਲਾ ਕੇ। ਸੁਗੰਧੀ ਮਾੜੀ ਨਹੀਂ ਹੈ, ਸੁਗੰਧੀ ਹੀ ਹੋਣੀ ਚਾਹੀਦੀ, ਬਦਬੂ ਮਾੜੀ ਹੈ। ਪਰ ਤੁਸੀਂ ਹਾਲਾਤ ਵੇਖਿਆ ਕੀ ਹੈ? ਪਹਿਲਾਂ ਤਾਂ ਘਰ 'ਚ ਛੋਟਾ ਜਿਹਾ ਕਮਰਾ ਹੋਏਗਾ ਜਿੱਥੇ ਪਾਠ ਰੱਖਿਆ ਹੈ, ਤੇ ਫਿਰ ਜਿਹੜਾ ਘਰ 'ਚ ਬਿਲਕੁਲ ਅਣਜਾਣ ਬੰਦਾ ਹੈ ਉਹਦੀ ਡਿਊਟੀ ਲਾਈ ਹੈ ਵੀ ਤੂੰ ਬਾਬੇ ਦੇ ਕਮਰੇ 'ਚ ਬਹਿਣਾ ਹੈ। ਜਿਹਦਾ ਪਾਠ ਨਾਲ ਕੋਈ ਵਾਸਤਾ ਨਹੀਂ, ਉਹਨੂੰ ਸਮਝਾਇਆ ਕੀ ਹੈ? ਉਹਨੇ ਕਿਹਾ ਪੁੱਤ ਅਗਰਬੱਤੀ ਨਹੀਂ ਬੁਝਣ ਦੇਣੀ,
ਉਹ ਹੋਰ ਸ਼ਰਧਾਲੂ ਹੋ ਗਿਆ, ਉਹਨੇ ਕੀ ਕੀਤਾ 5 ਲਾਤੀਆਂ। ਹੁਣ ਬਾਬਾ ਦੱਸੋ ਖੰਘੇ ਕਿ ਪਾਠ ਕਰੇ? ਹੁਣ ਜੇ ਉਹ ਹੱਥ ਮਾਰਦਾ ਤੇ ਉਹ ਜਾ ਕੇ ਬਾਹਰ ਪ੍ਰਚਾਰ ਕਰਦਾ ਵੀ ਬਾਬੇ ਨੂੰ ਪਾਠ ਪੂਠ ਤੇ ਆਉਂਦਾ ਕੋਈ ਨਹੀਂ, ਬਾਬਾ ਤੇ ਹੱਥ ਹੀ ਮਾਰੀ ਜਾਂਦਾ ਹੈ। ਹੁਣ ਬਾਬੇ ਦਾ ਸਾਹ ਘੁੱਟਦਾ, ਬਾਬਾ ਕੀ ਕਰੇ ਦੱਸੋ ਭਾਈ? ਚਾਹੀਦਾ ਇਹ ਸੀ ਕਿ ਅਸੀਂ ਬਾਣੀ ਪੜ੍ਹਦੇ, ਬਾਣੀ ਸੁਣਦੇ। ਅਸੀਂ ਬਾਣੀ ਪੜ੍ਹਨ ਦੀ ਥਾਂ ਤੇ ਅਸੀਂ ਕਰਮ ਕਾਂਡਾਂ ਵਿੱਚ ਪੈ ਗਏ। ਕੁੰਭ ਦਾ ਧਿਆਨ ਰੱਖੋ ਜੀ, ਨਲੀਏਰ ਦਾ ਧਿਆਨ ਰੱਖੋ ਜੀ, ਜੋਤ ਦਾ ਧਿਆਨ ਰੱਖੋ ਜੀ। ਹੁਣ ਜੋਤ ਦਾ ਮਤਲਬ ਤਾਂ ਇਹ ਸੀਗਾ ਵੀ ਅੰਧੇਰਾ ਹੋਵੇ ਤੇ ਭਾਈ ਚਾਨਣ ਚਾਹੀਦਾ, ਤੇ ਜ਼ਰੂਰ ਮਿੱਟੀ ਦੇ ਤੇਲ ਦਾ ਦੀਵਾ ਬਾਲਣਾ। ਜਾਂ ਇਉਂ ਵੀ ਕਹੀਏ ਵੀ ਉਦੋਂ ਮਿੱਟੀ ਦਾ ਤੇਲ ਹੁੰਦਾ ਵੀ ਨਹੀਂ ਸੀਗਾ, ਬਿਜਲੀ ਵੀ ਨਹੀਂ ਸੀ ਹੁੰਦੀ। ਜਾਂ ਘਿਓ ਹੁੰਦਾ ਸੀ ਜਾਂ ਤੇਲ ਹੁੰਦੇ ਸੀ ਸਰੋਂ ਵਗੈਰਾ ਦੇ। ਹੁਣ ਅਸੀਂ ਗੱਲ ਨੂੰ ਕਿਸੇ ਨੂੰ ਸਮਝਣ ਸੁਣਨ ਲਈ ਤਿਆਰ ਨਹੀਂ ਆ। ਇੱਥੇ ਸਤਿਗੁਰੂ ਪਿਤਾ ਉਹਨਾਂ ਰਾਖਸ਼ਾਂ ਨੂੰ ਕਹਿਣ ਲੱਗੇ, ਪ੍ਰਭ ਕੀ ਭਗਤ ਕਰੋ ਮਨ ਲਾਈ। ਭਗਤੀ ਕਰਨੀ ਸੀ ਮਨ ਲਾ ਕੇ। ਅਸੀਂ ਕਰਮ ਕਾਂਡਾਂ ਵਿੱਚ ਚਲੇ ਗਏ। ਜਿੰਨਾ ਸਮਾਂ ਅਸੀਂ ਪ੍ਰਬੰਧ ਕਰਨ ਤੇ ਲਾਉਂਦੇ ਆ, ਮੈਨੂੰ ਖਿਮਾ ਕਰਨਾ, ਉਹਨਾਂ ਟਾਈਮ ਅਸੀਂ ਪਾਠ ਸੁਣਨ ਤੇ ਨਹੀਂ ਲਾਉਂਦੇ। ਫਿਰ ਮੇਰੇ ਵਰਗੇ ਗ੍ਰੰਥੀ ਸਿੰਘ ਵੀ ਜਿਉਂਦੇ ਵਸਦੇ ਰਹਿਣ, ਉਹ ਵੀ ਘਰਦਿਆਂ ਨੂੰ ਕਹਿੰਦੇ ਨੇ ਵੀ ਕੋਈ ਨਹੀਂ ਜੀ, ਤੁਸੀਂ ਆਪਣਾ ਕੰਮ ਧੰਦਾ ਕਰੋ, ਬਸ ਤੁਸੀਂ ਭੋਗ ਦੇ ਸ਼ਲੋਕ ਸੁਣ ਲਿਓ ਜੀ। ਉਹਨਾਂ ਨੇ ਵੀ ਸ਼ਾਰਟਕਟ ਰਸਤਾ ਦੇ ਦਿੱਤਾ ਵੀ ਤੁਸੀਂ 15 ਕੁ ਮਿੰਟ ਆ ਜਿਓ, ਇੰਨੇ ਨਾਲ ਹੀ ਤੁਹਾਡਾ ਕੰਮ ਚੱਲ ਜਾਏਗਾ, ਤੁਹਾਨੂੰ 48 ਘੰਟੇ ਬਹਿਣ ਦੀ ਕੀ ਲੋੜ ਹੈ। ਚਾਹੀਦਾ ਇਹ ਸੀਗਾ ਕਿ ਭਾਈ ਤੁਸੀਂ ਘਰ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਹੈ, ਬੈਠੋਗੇ, ਤੁਹਾਡੇ ਕੋਲ ਟਾਈਮ ਹੈਗਾ। ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੇ ਘਰ ਨਹੀਂ ਆਏਗਾ, ਉਹ ਪਹਿਲਾਂ ਪੁੱਛੇਗਾ। ਤੁਸੀਂ ਕਹੋ ਜੀ ਘਰ ਚੱਲੋ, ਤਾਂ ਪਹਿਲਾਂ ਪੁੱਛੇਗਾ ਵੀ ਜੇ ਤੇ ਭਾਈ ਤੁਸੀਂ ਘਰ ਸਾਰਿਆਂ ਨੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਤੇ ਮੈਂ ਚੱਲਦਾ, ਤੇ ਜੇ ਮੈਨੂੰ ਘਰ ਛੱਡ ਕੇ ਤੁਸੀਂ ਕੰਮਾਂ ਧੰਦਿਆਂ ਤੇ ਜਾਣਾ ਤੇ ਮੈਂ ਕਿਹੜਾ ਵਿਹਲਾ ਬਈ, ਮੇਰੇ ਕੋਲ ਤਾਂ ਆਪਣੇ ਕੋਲ ਟਾਈਮ ਹੈ ਨਹੀਂ। ਪ੍ਰਭੂ ਦੀ ਭਗਤੀ ਦਾ ਤਰੀਕਾ ਮਨ ਲਾ ਕੇ ਕਰਨਾ ਹੈ। ਸਤਿਗੁਰੂ ਕਹਿਣ ਲੱਗੇ, ਵੇਖੋ ਭਾਈ ਭੀਖਣ ਹੁਣ ਤੱਕ ਵੀ ਜਿਉਂਦਾ ਹੈ। ਹਾਂਜੀ, ਤੇਹ ਕੋਹ ਭਰਾਤ ਹੁਤੋ ਜਗ ਰਾਵਣ, ਹਨਿਓ ਸੋ ਰਾਮ ਚੰਦ ਜਸ ਪਾਵਨ। ਤੇ ਰਾਖਸ਼ ਬਿਰਤੀ ਰਾਵਣ ਦੀ ਸੀ ਤੇ ਸ਼੍ਰੀ ਰਾਮਚੰਦਰ ਜੀ ਨੇ ਉਹਦਾ ਵੱਧ ਕਰ ਦਿੱਤਾ। ਹਾਂਜੀ, ਆਪਣੋ ਭਗਤ ਬਭੀਖਣ ਜਾਨਾ, ਲੰਕ ਰਾਜ ਦੇ ਅਮਰ ਕਰਾਨਾ। ਤੇ ਰਾਵਣ ਨੂੰ ਮਾਰਨ ਤੋਂ ਬਾਅਦ ਜਿਹੜਾ ਉੱਥੋਂ ਦਾ ਰਾਜ ਸੀ ਉਹ ਭੀਖਣ ਨੂੰ ਦਿੱਤਾ। ਸ਼੍ਰੀ ਰਾਮਚੰਦਰ ਨੇ ਰਾਵਣ ਨੂੰ ਮਾਰਿਆ, ਭੀਖਣ ਨੂੰ ਨਹੀਂ ਮਾਰਿਆ। ਉਹਨੂੰ ਆਪਣਾ ਸੇਵਕ ਮੰਨਿਆ ਤੇ ਉਹਨੂੰ ਉੱਥੋਂ ਦਾ ਜਿਹੜਾ ਰਾਜ ਸੀ ਲੰਕਾ ਦਾ ਉਹ ਦੇ ਦਿੱਤਾ। ਹਾਂਜੀ, ਤਿਨ ਕੀ ਦੇਸ਼ ਦੇਖੋ ਬੇਦਨੀ ਕੀ, ਤੁਮ ਪੀ ਕਰੋ ਪਾਮਣਾ ਜੀ ਕੀ। ਇਸ ਕਰਕੇ ਆਪਣੇ ਵੱਡਿਆਂ ਦੀ ਗੱਲ ਦਾ ਧਿਆਨ ਕਰੋ। ਤੁਸੀਂ ਬਣੋ ਭੀਖਣ ਵਰਗੇ, ਤੁਸੀਂ ਬਣੋ ਪ੍ਰਹਲਾਦ ਵਰਗੇ, ਤੁਸੀਂ ਹਰਨਾਕਸ਼ ਤੇ ਰਾਵਣ ਵਰਗੇ ਨਾ ਬਣੋ ਭਾਈ। ਹਾਂਜੀ, ਕਿਹ ਅੱਗ ਤੇ ਰਾਖਸ਼ ਤਨ ਪਾਏ, ਅਬ ਕੋ ਕਰਮ ਜਿਲੇ ਹੋ ਕਮਾਏ। ਕਦੇ ਇੱਕ ਵਾਰੀ ਤਾਂ ਬੈਠ ਕੇ ਸੋਚੋ ਵੀ ਸਾਡੇ ਕੋਲੋਂ ਕਿਹੜੀ ਭੁੱਲ ਹੋਈ, ਕਿਹੜਾ ਪਾਪ ਹੋਇਆ ਵੀ ਅਸੀਂ ਰਾਖਸ਼ ਬਣ ਗਏ। ਸਾਰੀ ਦੁਨੀਆ ਰਾਖਸ਼ ਤੇ ਹੈ ਨਹੀਂ, ਅਸੀਂ ਕਾਹੋ ਰਾਖਸ਼ ਹੈ। ਕੋਈ ਭੁੱਲ ਹੋਈ ਹੋਏਗੀ, ਕੋਈ ਪਾਪ ਹੋਇਆ ਹੋਏਗਾ ਤੇ ਅਸੀਂ ਰਾਖਸ਼ ਬਣ ਗਏ। ਤੇ ਸਤਿਗੁਰੂ ਕਹਿੰਦੇ ਵੀ ਜੇ ਹੁਣ ਫੇਰ ਰਾਖਸ਼ਾਂ ਵਾਲੇ ਕਰਮ ਕਰੋਗੇ ਤੇ ਫਿਰ ਇਹ ਪਾਪ ਕਦੋਂ ਮਿਟਣਗੇ, ਕਦੋਂ ਭੁੱਲਾਂ ਤੁਹਾਡੀਆਂ ਮਾਫ ਹੋਣਗੀਆਂ, ਕਦੋਂ ਇਹ ਆਵਾਗਮਨ ਤੁਹਾਡਾ ਖਤਮ ਹੋਵੇਗਾ। ਅਬ ਕੁਕਰਮ ਜੇ ਲੇਹੋ ਕਮਾਏ। ਤੇ ਜੇ ਹੁਣ ਉਹੀ ਪਾਪ ਜਿਹੜੇ ਪਹਿਲਾਂ ਕੀਤੇ ਤੇ ਰਾਖਸ਼ ਬਣੇ, ਤੇ ਜੇ ਉਹੀ ਪਾਪ ਤੁਸੀਂ ਅੱਗੋਂ ਵੀ ਕਰੋਗੇ ਜਾਂ ਪਾਪ ਕਰਨ ਤੋਂ ਨਹੀਂ ਰੁਕੋਗੇ, ਨਹੀਂ ਹਟੋਗੇ। ਹਾਂਜੀ, ਭਾਵ ਨਰਕ ਜਾਏ ਦੁਖ ਭਾਰੀ,
ਤਿਹ ਤਿਹ ਕੋਇ ਨਾ ਸਕੇ ਉਬਾਰੀ। ਤਾਂ ਫਿਰ ਇਹ ਚੇਤਾ ਰੱਖਣਾ ਕਿ ਤੁਹਾਨੂੰ ਕੋਈ ਵੀ ਬਚਾ ਨਹੀਂ ਸਕਦਾ। ਅੱਗੇ ਫਿਰ ਤੁਹਾਨੂੰ ਵੱਡੇ ਨਰਕਾਂ ਦੇ ਵਿੱਚ ਪੈਣਾ ਪਵੇਗਾ, ਵੱਡੇ ਨਰਕ ਭੋਗਣੇ ਪੈਣਗੇ। ਹਾਂਜੀ। ਤਜੋ ਤਾਮਸੀ ਬ੍ਰਿਤ ਦੁਖਾਰੀ, ਕਰੋ ਭਗਤ ਕਰਤਾਰ ਸੁਖਾਰੀ। ਇਸ ਕਰਕੇ ਜਿਹੜੀ ਤਾਮਸੀ ਬਿਰਤੀ ਹੈ ਉਸ ਦਾ ਤਿਆਗ ਕਰੋ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ, ਉਸ ਕਰਤਾਰ ਦੀ, ਪਰਮਾਤਮਾ ਦੀ ਜਿਹੜਾ ਰਚਨਹਾਰਾ ਹੈ ਉਹਦੀ ਭਗਤੀ ਕਰੋ ਭਾਈ। ਸੁਨਤ ਸ਼੍ਰੋਨ ਹੋ ਮੈਂ ਤਜ ਬੋਲਾ, ਅਬ ਹੋ ਤੁਮ ਅਨਸਾਰ ਅਡੋਲਾ। ਰਾਖਸ਼ਾਂ ਦਾ ਰਾਜਾ ਕਹਿਣ ਲੱਗਾ ਜੀ ਅੱਜ ਤੋਂ ਬਾਅਦ ਅਸੀਂ ਤਾਂ ਤੁਹਾਡੇ ਅਨੁਸਾਰੀ ਹਾਂ, ਜੋ ਕਹੋਗੇ ਉਹ ਬੋਲਾਂਗੇ, ਜੋ ਕਹੋਗੇ ਉਹ ਖਾਵਾਂਗੇ, ਜੋ ਕਹੋਗੇ ਉਹ ਕਰਾਂਗੇ। ਗੱਲਾਂ ਤੇ ਤੇਲੀ ਨੇ। ਇਬਰਾਹੀਮ ਦੀ ਜਿਹੜੀ ਕਥਾ ਆਉਂਦੀ ਹੈ, ਇਸਲਾਮ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਪੈਗੰਬਰ ਹੋਇਆ ਇਬਰਾਹੀਮ। ਇਬਰਾਹੀਮ ਦੀ ਕਥਾ ਆਉਂਦੀ ਵੀ ਉਹਨੇ ਨੌਕਰ ਮੁੱਲ ਖਰੀਦਿਆ ਤੇ ਘਰ ਲਿਆਂਦਾ। ਮੁਸਲਮਾਨਾਂ ਦੇ ਵਿੱਚ ਅੱਜ ਵੀ ਹੈ ਕਿ ਮੁੱਲ ਖਰੀਦ ਲੈਂਦੇ ਨੇ ਬੰਦੇ ਨੂੰ। ਅਜੇ ਵੀ ਉਹਨਾਂ ਦੇ ਵਿੱਚ ਕਈ ਇੱਦਾਂ ਦੀਆਂ ਰੀਤਾਂ, ਕਈ ਇੱਦਾਂ ਦੇ ਰਿਵਾਜ, ਕਈ ਇੱਦਾਂ ਦੀਆਂ ਗੱਲਾਂ ਮੌਜੂਦ ਨੇ। ਆਪ ਜੀ ਨੇ ਪਿੱਛੇ ਸੁਣਿਆ ਸੀ ਦੁਬਈ ਦੇ ਵਿੱਚ 17 ਪੰਜਾਬ ਦੇ ਲੜਕੇ, ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਤੇ ਉਹਨਾਂ ਨੂੰ ਇੱਕ ਉਬਰਾਏ ਸਾਹਿਬ ਨੇ, ਇੱਕ ਵਿਅਕਤੀ ਨੇ, ਪਟਿਆਲੇ ਦੇ ਰਹਿਣ ਵਾਲੇ ਨੇ, ਉਹਨਾਂ ਨੇ ਕਈ ਕਰੋੜ ਰੁਪਈਆ ਦੇ ਕੇ ਤੇ ਛਡਾ ਲਿਆ। ਹੁਣ ਅਜੇ ਵੀ ਮੁਸਲਮਾਨਾਂ ਵਿੱਚ ਇੱਕ ਸ਼ਬਦ ਆਉਂਦਾ, ਉਹਨੂੰ ਕਹਿੰਦੇ ਬਲੱਡ ਮਨੀ। ਵੀ ਜਿਸ ਬੰਦੇ ਨੂੰ ਤੁਸੀਂ ਮਾਰਿਆ ਉਹਦੇ ਪਰਿਵਾਰ ਵਾਲਿਆਂ ਨੂੰ ਪੁੱਛੋ ਵੀ ਉਹ ਆਪਣੇ ਘਰ ਦੇ ਖੂਨ ਦੀ ਕਿੰਨੀ ਕੀਮਤ ਪਾਉਂਦੇ ਨੇ। ਤੇ ਜੇ ਕਹਿਣ ਵੀ ਸਾਨੂੰ ਕਰੋੜ ਰੁਪਈਆ ਦੇ ਦਿਓ ਤੇ ਤੁਸੀਂ ਕਰੋੜ ਦੇ ਦਿਓ ਤੇ ਕਾਨੂੰਨ ਉਹਨੂੰ ਬੰਦੇ ਨੂੰ ਬਰੀ ਕਰ ਦਿੰਦਾ ਹੈ। ਉਹ ਛਡਾ ਕੇ ਲਿਆਇਆ ਸੀ, 17 ਬੰਦੇ ਛਡਾ ਕੇ ਲਿਆਇਆ ਸੀ ਉਹ ਦੁਬਈ ਤੋਂ। ਹੁਣ ਇਹ ਕੀ ਹੈ? ਇਹ ਇੱਕ ਕੀਮਤ ਉਹਦੀ ਪਾ ਦਿੱਤੀ ਗਈ ਕਿ ਭਾਈ ਉਹਦੀ ਇਹ ਕੀਮਤ ਹੈ। ਦਰਸ਼ਨ ਕਰਤ ਪਾਪ ਮਤ ਭਾਗੀ, ਸੁਣ ਕਹਿ ਬਚਨ ਨਾਮ ਲਿਵ ਲਾਗੀ। ਉਹ ਜਿਹੜਾ ਰਾਖਸ਼ਾਂ ਦਾ ਰਾਜਾ ਸੀ ਕਹਿਣ ਲੱਗਾ ਜੀ ਹੁਣ ਅਸੀਂ ਤਾਂ ਤੁਹਾਡੇ ਅਨੁਸਾਰੀ ਹਾਂ, ਤੁਸੀਂ ਜੋ ਕਹੋਗੇ ਉਹ ਕਰਾਂਗੇ। ਤੇ ਦਾਸ ਬੇਨਤੀ ਕਰ ਰਿਹਾ ਸੀ ਵੀ ਇਬਰਾਹੀਮ ਨੇ ਨੌਕਰ ਮੁੱਲ ਖਰੀਦ ਕੇ ਲਿਆਂਦਾ ਤੇ ਘਰ ਆ ਕੇ ਉਹਨੂੰ ਪੁੱਛਦਾ ਵੀ ਤੇਰਾ ਨਾਂ ਕੀ ਹੈ। ਨੌਕਰ ਸਿਆਣਾ ਬੜਾ ਸੀ, ਉਹ ਕਹਿੰਦਾ ਜੀ ਮੇਰੇ ਨਾਂ ਤੋਂ ਕੀ ਲੈਣਾ ਹੈ ਤੁਸੀਂ, ਮੇਰਾ ਨਾਂ ਕੋਈ ਵੀ ਹੋਵੇ, ਹੁਣ ਤੁਸੀਂ ਮੈਨੂੰ ਮੁੱਲ ਖਰੀਦ ਲਿਆ, ਉਹਨੂੰ ਛੱਡੋ, ਜਿਹੜੇ ਨਾਂ ਨਾਲ ਤੁਸੀਂ ਬੁਲਾਓਗੇ ਮੈਂ ਬੋਲਾਂਗਾ, ਕਿਉਂਕਿ ਮੈਂ ਤਾਂ ਮੁੱਲ ਖਰੀਦਿਆ ਹੋਇਆ। ਕਹਿਣ ਲੱਗਾ ਵੀ ਕੱਪੜੇ ਕੁਪੜੇ ਕਿੱਦਾਂ ਦੇ ਪਾਵੇਂਗਾ? ਕਹਿੰਦਾ ਜੀ ਉਹਦੇ 'ਚ ਮੇਰਾ ਕੀ ਸ਼ੌਕ ਹੈ, ਮੇਰੀ ਕੀ ਮਰਜ਼ੀ ਹੈ, ਮੈਂ ਤੇ ਮੁੱਲ ਖਰੀਦਿਆ ਨੌਕਰ ਹਾਂ, ਜਿਹੜੇ ਮੇਰੇ ਮਾਲਕ ਨੂੰ ਚੰਗੇ ਲੱਗਣਗੇ, ਜਿਹੜਾ ਮੇਰਾ ਮਾਲਕ ਕਹੇਗਾ ਮੈਂ ਉਦਾਂ ਦੇ ਪਾ ਲਵਾਂਗਾ। ਉਹਦਾ ਤੀਜਾ ਸਵਾਲ ਸੀ ਵੀ ਖਾਏਗਾ ਕੀ? ਉਹ ਕਹਿੰਦਾ ਜੀ ਮੇਰੇ ਸਵਾਦ ਦਾ ਕੀ ਹੈ, ਮੈਂ ਤੇ ਮੁੱਲ ਖਰੀਦਿਆ ਨੌਕਰ ਹਾਂ, ਅੱਜ ਤੋਂ ਬਾਅਦ ਜੋ ਤੁਸੀਂ ਖਾਣ ਨੂੰ ਦਿਓਗੇ ਮੈਂ ਖਾ ਲਵਾਂਗਾ। 3 ਗੱਲਾਂ। ਤੇਰਾ ਨਾਂ ਕੀ ਹੈ? ਕਹਿੰਦਾ ਜੀ ਜਿਹੜਾ ਤੁਸੀਂ ਰੱਖੋਗੇ। ਪਾਏਗਾ ਕੀ? ਕਹਿੰਦਾ ਜੋ ਤੁਸੀਂ ਦਿਓਗੇ। ਖਾਏਗਾ ਕੀ? ਕਹਿਣ ਲੱਗਾ ਜੀ ਜੋ ਤੁਸੀਂ ਦਿਓਗੇ। ਉਸ ਕਥਾ ਦੇ ਵਿੱਚ ਆਉਂਦਾ ਕਿ ਇਬਰਾਹੀਮ ਨੇ ਆਪਣੇ ਨੌਕਰ ਨੂੰ ਮੱਥਾ ਟੇਕਿਆ। ਕਹਿੰਦਾ ਯਾਰ ਕਮਾਲ ਦਾ ਬੰਦਾ ਹੈ ਵੀ ਤੂੰ ਤੇ ਮੈਨੂੰ ਗੁਰੂ ਮਿਲ ਗਿਆ। ਮੈਨੂੰ ਹੁਣ ਸਮਝ ਆਈ ਵੀ ਮਾਲਕ ਨੂੰ ਖੁਸ਼ ਕਿਵੇਂ ਕਰੀਦਾ। ਸਾਡੇ 'ਚ ਕਈਆਂ ਦੀ ਆਦਤ ਹੈ, ਉਹ ਸੁਣਾਓ ਮਾਲਕੋ ਕੀ ਹਾਲ ਹੈ, ਉਹਨੂੰ ਪੁੱਛੋ ਵੀ ਤੈਨੂੰ ਮਾਲਕ ਦੀ ਪਰਿਭਾਸ਼ਾ ਪਤਾ ਹੈ?
ਕਹਿੰਦੇ ਅਸੀਂ ਗੁਰੂ ਨੂੰ ਵੀ ਹੈ। ਬੇਦੀਨ ਦੁਨੀਆ ਦਾ ਮਾਲਕ ਹੈ ਜੀ। ਪੁੱਛੋ ਮਾਲਕ ਹੈ ਤੇ ਉਹਦੀ ਕਿਹੜੀ ਗੱਲ ਮੰਨਦੇ ਹੋ? ਖਾਣ ਵਾਲੀ ਮੰਨਦੇ ਹੋ? ਪਹਿਨਣ ਵਾਲੀ ਮੰਨਦੇ ਹੋ? ਨਾਂ ਵਾਲੀ ਮੰਨਦੇ ਹੋ? ਹੁਣ ਗੁਰੂ ਤੇ ਕਹਿੰਦਾ ਵੀ ਆਪਣੇ ਨਾਂ ਦੇ ਨਾਲ ਲਿਖੋ ਸਿੰਘ, ਆਪਣੇ ਨਾਂ ਦੇ ਨਾਲ ਲਿਖੋ ਕੌਰ। ਅਸੀਂ ਕਹਿੰਦੇ ਨਹੀਂ ਜੀ, ਕੋਹਲੀ ਸਾਹਿਬ ਤੇ ਲਿਖ ਲਾਂਗੇ, ਸੇਠੀ ਸਾਹਿਬ ਲਿਖ ਲਾਂਗੇ, ਢਿੱਲੋਂ ਸਾਹਿਬ ਲਿਖ ਲਾਂਗੇ, ਸਿੰਘ ਨਹੀਂ ਲਿਖਾਂਗੇ। ਹੁਣ ਨਾਂ ਕੀ ਬਣ ਗਿਆ? ਨਾਂ ਬਣ ਗਿਆ ਬਲਜੀਤ ਢਿੱਲੋਂ। ਹੁਣ ਵਿੱਚੋਂ ਜੇ ਖਾਦਾ ਕੀ ਹੈ? ਉਹ ਸਿੰਘ ਖਾਦਾ ਹੈ ਜਿਹੜਾ ਗੁਰੂ ਨੇ ਕਿਹਾ ਸੀ। ਗੁਰੂ ਨੇ ਕਰਨੈਲ ਤਾਂ ਨਾਂ ਰੱਖਿਆ ਹੀ ਨਹੀਂ ਤੇਰਾ, ਉਹ ਤੇ ਤੂੰ ਆਪਣੀ ਮਰਜ਼ੀ ਨਾਲ ਰੱਖਿਆ। ਜਿਹੜਾ ਨਾਂ ਗੁਰੂ ਨੇ ਦਿੱਤਾ ਉਹ ਹੀ ਨਹੀਂ ਚੰਗਾ ਲੱਗਾ, ਬਾਕੀ ਠੀਕ ਹੈ, ਅਗਲਾ ਵੀ ਠੀਕ ਹੈ, ਪਿਛਲਾ ਵੀ ਠੀਕ ਹੈ। ਇਸੇ ਤਰ੍ਹਾਂ ਕੱਪੜੇ ਪਾਉਣ ਦੀ ਗੱਲ ਹੈ। ਗੁਰੂ ਨੇ ਤੇ ਭਾਈ ਤੁਹਾਨੂੰ ਕਛਹਿਰਾ ਪਾਉਣ ਲਈ ਕਿਹਾ, ਕੰਘਾ ਕੜਾ ਕਿਰਪਾਨ ਪਾਉਣ ਲਈ ਕਿਹਾ, ਬਾਕੀ ਤਾਂ ਉਹਨੇ ਤੁਹਾਨੂੰ ਕੁਛ ਨਹੀਂ ਕਿਹਾ। ਤੁਸੀਂ ਕਿਹਾ ਵੀ ਨਾ ਜੀ ਨਿੱਕਰਾਂ ਪਾਵਾਂਗੇ, ਪਾਟੀਆਂ ਪੈਂਟਾਂ ਪਾਵਾਂਗੇ, ਬੋਦੀਆਂ ਕਰਾਂਗੇ। ਰਾਖਸ਼ਾਂ ਦਾ ਰਾਜਾ ਕਹਿਣ ਲੱਗਾ ਜੀ ਅੱਜ ਤੋਂ ਬਾਅਦ ਜੋ ਤੁਸੀਂ ਹੁਕਮ ਕਰੋਗੇ ਉਹੀ ਕਮਾਵਾਂਗੇ। ਸੁਨਤ ਸ਼ਰੋਣ ਹਉਮੈ ਤਜ ਬੋਲਾ, ਅਬ ਹੋਂ ਤੁਮ ਅਨੁਸਾਰ ਅਡੋਲਾ, ਦਰਸ਼ਨ ਕਰਤ ਪਾਪ ਮਤ ਭਾਗੀ, ਸੁਣ ਕੇ ਬਚਨ ਨਾਮ ਲਿਵ ਲਾਗੀ। ਕਹਿਣ ਲੱਗਾ ਜੀ ਤੁਹਾਡੇ ਦਰਸ਼ਨ ਕੀਤੇ ਜਿਹੜੀ ਪਾਪਾਂ ਵਾਲੀ ਮੱਤ ਸੀ ਉਹ ਚਲੀ ਗਈ ਹੈ। ਹੁਣ ਤਾਂ ਧਿਆਨ ਹੀ ਇੱਧਰ ਹੈ। ਤੁਸੀਂ ਹੁਕਮ ਕਰੋ ਵੀ ਕਿਸ ਨਾਮ ਤੋਂ ਪ੍ਰਮਾਤਮਾ ਨੂੰ ਸਿਮਰਨਾ ਹੈ, ਅਸੀਂ ਤਾਂ ਉਹੀ ਪੜਾਂਗੇ। ਹੁਣ ਸਾਡੇ 'ਚ ਕਈਆਂ ਨੂੰ ਵਾਹਿਗੁਰੂ ਤੇ ਵੀ ਝਗੜਾ ਹੈ। ਵਾਹਿਗੁਰੂ ਕਹਿਣਾ ਹੈ ਕਿ ਵਾਹਿਗੁਰੂ ਕਹਿਣਾ ਹੈ, ਇਸ ਗੱਲ ਤੇ ਵੀ ਕਈ ਬੰਦਿਆਂ ਨੇ ਕਿਤਾਬਾਂ ਲਿਖ ਮਾਰੀਆਂ ਨੇ। ਹਾਲਾਂਕਿ ਸ਼ਬਦ ਗੁਰਬਾਣੀ ਵਿੱਚ ਦੋਵੇਂ ਹੀ ਨੇ। ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ 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 ਵਾਹਿ ਜੀਓ। ਗੁਰਬਾਣੀ 'ਚ ਤਾਂ ਦੋਵੇਂ ਅਕਸ਼ਰ ਹੈਗੇ ਨੇ, ਵਾਹਿਗੁਰੂ ਵੀ ਹੈਗਾ ਤੇ ਵਾਹਿਗੁਰੂ ਵੀ ਹੈਗਾ। ਹਾਂਜੀ। ਤੁਮਰੇ ਚਰਨਨ ਮਨ ਅਨਰਾਗਾ, ਭਇਓ ਆਜ ਤੇ ਮੈਂ ਵੱਡ ਭਾਗਾ। ਉਹ ਰਾਖਸ਼ ਰਾਜਾ ਕਹਿਣ ਲੱਗਾ ਜੀ ਮੈਂ ਤਾਂ ਤੁਹਾਡੇ ਚਰਨਾਂ ਦਾ ਬਣ ਗਿਆ ਭੌਰਾ, ਮੇਰੇ ਤਾਂ ਭਾਗ ਜਾਗੇ ਨੇ, ਤੁਹਾਡੇ ਦਰਸ਼ਨ ਹੋ ਗਏ, ਤੁਸੀਂ ਮੇਰੇ ਦੇਸ਼ ਆ ਗਏ। ਹਾਂਜੀ। ਸੁਣੀਐ ਸ਼੍ਰੀ ਅੰਗਦ ਮੁਝ ਤਾਈ, ਅਸਨ ਕਰਨ ਗੁਰ ਗਿਰਾ ਅਲਾਈ। ਬਸ ਫਿਰ ਗੁਰੂ ਸਾਹਿਬ ਦੇ ਜਦੋਂ ਉਹਨਾਂ ਨੇ ਬਚਨ ਮੰਨ ਲਏ ਤੇ ਸਤਿਗੁਰਾਂ ਨੇ ਫਲ ਛਕਣੇ ਸ਼ੁਰੂ ਕਰ ਦਿੱਤੇ। ਸਾਰਿਆਂ ਨੂੰ ਕਿਹਾ ਭਾਈ ਤੁਸੀਂ ਵੀ ਛਕੋ, ਸਾਰਿਆਂ ਦੇ ਵਿੱਚ ਵੰਡ ਦਿੱਤੇ। ਹਾਂਜੀ। ਤਹ ਛਿਨ ਕੀਨ ਆਹਾਰ ਤਿਆਰਾ, ਅਚਵਣ ਲੱਗੇ ਰੂਪ ਕਰਤਾਰਾ। ਇਸ ਤਰ੍ਹਾਂ ਫਿਰ ਉੱਥੇ ਉਹ ਆਪਣੀ ਸਮੇਂ ਦੀ ਜੋ ਉਹਨਾਂ ਦੀ ਦਾ ਪ੍ਰਬੰਧ ਹੋਏਗਾ, ਰਸੋਈ ਹੋਏਗੀ, ਉਹਨਾਂ ਨੇ ਪਦਾਰਥ ਵੀ ਤਿਆਰ ਕੀਤੇ। ਹਾਂਜੀ। ਰਾਖਸ਼ ਰਾਜ ਸਚਵ ਨਿਜ ਲੀਨੇ, ਬੈਸੇ ਉਪਾਸ ਤਹਾਂ ਰੋਸ ਪੀਨੇ। ਇਸ ਤਰ੍ਹਾਂ ਰਾਖਸ਼ ਰਾਜੇ ਨੇ, ਮੰਤਰੀ ਨੇ, ਸਭ ਨੇ ਇਹ ਪਦਾਰਥ ਜਿਹੜੇ ਸੀ ਸਭ ਨੇ ਛਕੇ। ਹਾਂਜੀ। ਅਰਧ ਖਾਏ ਦੀਨੋ ਤਿਨ ਤਾਈ, ਆਏ ਅਸਮਾਨ ਲੀਨ ਮੁਖ ਪਾਈ। ਸਤਿਗੁਰੂ ਜੀ ਨੇ ਆਪਣਾ ਥਾਲ ਜਿਹੜਾ ਸੀ ਉਹ ਫਿਰ ਰਾਜੇ ਤੇ ਮੰਤਰੀ ਨੂੰ ਦੇ ਦਿੱਤਾ, ਕਿਹਾ ਵੀ ਤੁਸੀਂ ਛਕ ਲਓ ਭਾਈ। ਹਾਂਜੀ। ਖਾਵਤ ਹੀ ਖੁੱਲ ਗਏ ਕਪਾਟਾ, ਚ੍ਰਿੰਕਾਲ ਭ੍ਰਮ ਪਰਦਾ ਪਾਟਾ। ਹੁਣ ਇਹਨੂੰ ਸੀਤ ਪ੍ਰਸਾਦ ਕਹਿ ਕੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਲੋਕਾਂ ਨੂੰ, ਜਿਹੜੇ ਦੇਹਧਾਰੀ ਬਾਬੇ ਨੇ, ਇਹ ਤਾਂ ਕੰਮ ਹੀ ਇਹ ਕਰਦੇ ਨੇ। ਥੋੜੀ ਜਿਹੀ ਰੋਟੀ ਖਾ ਲਈ, ਬਾਕੀ ਚੇਲਿਆਂ ਨੂੰ ਫੜਾਤੀ। ਥੋੜਾ ਜਿਹਾ ਦੁੱਧ ਪੀ ਲਿਆ, ਗਲਾਸ ਫੜਾਤਾ, ਮੁੜ ਕੇ ਉਹ ਇੱਕ ਦੂਜੇ 'ਚ ਵੱਜਦੇ ਨੇ। ਉਹ ਚੇਲੇ ਜਿਹੜੇ ਨੇ ਵੀ ਗਲਾਸ ਮੈਨੂੰ ਫੜਾ ਦਿਓ, ਕਹਿੰਦਾ ਮੈਨੂੰ ਫੜਾ ਦੇ। ਥੋੜੀ ਜਿਹੀ ਲੱਸੀ ਪੀ ਲਈ, ਗਲਾਸ ਗਾਂਹ ਤੋਰਤਾ। ਥੋੜੀ ਜਿਹੀ ਰੋਟੀ ਖਾ ਲਈ, ਥਾਲੀ ਗਾਂਹ ਤੋਰਤੀ।
ਹੁਣ ਇਹਦੇ ਮਤਲਬ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਵੀ ਅਸੀਂ ਸ਼ਾਇਦ ਗੁਰੂ ਨਾਨਕ ਹੀ ਆ। ਇਹ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਮੰਨਣ ਦਾ ਇੱਕ ਯਤਨ ਕਰਦੇ ਨੇ, ਅੰਦਰ ਆਪਣੇ ਭੁਲੇਖਾ ਪੈਦਾ ਕਰਨ ਦਾ ਯਤਨ ਕਰਦੇ ਨੇ ਕਿ ਸ਼ਾਇਦ ਅਸੀਂ ਵੀ ਉਦਾਂ ਦੇ ਪੀਰ ਪੈਗੰਬਰ ਹੋ ਗਏ ਆ। ਨਹੀਂ ਭਾਈ, ਸਿੱਖੀ ਮਰਿਆਦਾ ਦੇ ਵਿੱਚ ਐਸਾ ਕੁਝ ਨਹੀਂ ਹੈਗਾ। ਕਿਸੇ ਵਿਸ਼ੇਸ਼ ਵਿਅਕਤੀ ਨੂੰ ਕੋਈ ਹੱਕ ਨਹੀਂ ਕਿ ਉਹ ਆਪਣਾ ਝੂਠਾ ਕਿਸੇ ਨੂੰ ਖਾਣ ਵਾਸਤੇ ਦਵੇ। ਹਾਂਜੀ, ਮੁਕਤ ਜੋਗ ਹਵੈਂਗੇ ਤਹਿ ਕਾਲਾ, ਇਕ ਮੰਤਰੀ ਪੁਨ ਦੁਤਿਐ ਪਵਾਲਾ। ਮੁਕਤ ਜੋਗ ਹਵੈ ਗਏ ਤੇ ਕਾਲਾ, ਇੱਕ ਮੰਤਰੀ ਪੁਨ ਦੁਤੀਏ ਪਵਾਲਾ। ਸਤਿਗੁਰੂ ਦੀ ਕਿਰਪਾ ਹੋਈ, ਇਹਨਾਂ ਨੂੰ ਮੋਕਸ਼ ਦੇ ਪਦ ਪ੍ਰਾਪਤ ਹੋਏ, ਗੁਰੂ ਨਾਨਕ ਦੀ ਕਿਰਪਾ ਦੇ ਅਧਿਕਾਰੀ ਬਣੇ। ਹਾਂਜੀ, ਕੇ ਤਕ ਦਿਨ ਤੇ ਰਹੇ ਗੁਸਾਈ, ਗੁਰ ਸਿੱਖੀ ਕੀ ਰੀਤ ਚਲਾਈ। ਕੁਝ ਦਿਨ ਸਤਿਗੁਰੂ ਇੱਥੇ ਠਹਿਰੇ। ਇਸ ਤਰ੍ਹਾਂ ਇਸ ਰਾਖਸ਼ਾਂ ਦੇ ਮੁਲਕ ਵਿੱਚ ਸਿੱਖੀ ਬੰਨੀ, ਸਿੱਖੀ ਦੀ ਮਰਿਆਦਾ ਚਲਾਈ ਸਤਿਗੁਰਾਂ ਨੇ। ਹਾਂਜੀ, ਸਭ ਰਾਖਸ਼ ਕੋ ਨਾਮ ਜਪਾਇਓ, ਆਮਿਖ ਖਾਨ ਤਿਨਹਿ ਤਜਵਾਇਓ। ਇਹਨਾਂ ਰਾਖਸ਼ਾਂ ਨੂੰ ਕਿਹਾ ਵੀ ਰੱਬ ਦਾ ਸਿਮਰਨ ਕਰਨਾ ਹੈ ਤੇ ਸ਼ਿਕਾਰ ਨਹੀਂ ਖੇਡਣਾ, ਜਾਨਵਰਾਂ ਦਾ ਪੰਛੀਆਂ ਦਾ ਘਾਤ ਨਹੀਂ ਕਰਨਾ, ਕੇਵਲ ਆਪਣੀ ਉਦਰ ਪੂਰਤੀ ਵਾਸਤੇ ਤੁਸੀਂ ਜੀਵਾਂ ਦਾ ਹਨਨ ਨਹੀਂ ਕਰਨਾ, ਤੁਸੀਂ ਮਾਸਾਹਾਰੀ ਨਹੀਂ ਬਣਨਾ। ਹਾਂਜੀ, ਜੀ ਘਾਤ ਕੀ ਬਾਣ ਬਿਸਾਰੀ, ਸਤ ਸੰਗਤ ਕਰਹੀ ਸੁਖ ਸਾਰੀ। ਇਸ ਤਰ੍ਹਾਂ ਜੀਵਾਂ ਦੀ ਘਾਤ ਕਰਨ ਵਾਲੀ, ਜੀਵਾਂ ਨੂੰ ਮਾਰਨ ਵਾਲੀ ਜਿਹੜੀ ਉਹਨਾਂ ਦੀ ਬਾਣ ਸੀ, ਉਹ ਇੱਕ ਪ੍ਰਪਾਟੀ ਸੀ। ਪੀੜ੍ਹੀ ਦਰ ਪੀੜ੍ਹੀ ਉਹ ਰਾਖਸ਼ ਇਹੋ ਕੁਛ ਕਰਦੇ ਸੀ, ਸਤਿਗੁਰਾਂ ਨੇ ਛੁਡਾ ਦਿੱਤੇ ਔਰ ਉਹਨਾਂ ਨੂੰ ਸਮਝਾਇਆ ਵੀ ਸਤਸੰਗ ਕਰਿਆ ਕਰੋ, ਆਪਸ ਵਿੱਚ ਮਿਲ ਬੈਠ ਕੇ ਰੱਬ ਦੀਆਂ ਗੱਲਾਂ ਕਰਨੀਆਂ, ਇਹੀ ਸਤਸੰਗ ਹੈ। ਤੇ ਆਪਸ ਵਿੱਚ ਮਿਲ ਬੈਠ ਕੇ ਚੁਟਕਲੇ ਸੁਣਾਉਣੇ, ਆਪਸ ਵਿੱਚ ਮਿਲ ਬੈਠ ਕੇ ਮਾੜੀਆਂ ਭੈੜੀਆਂ ਗੱਲਾਂ ਕਰਨੀਆਂ, ਇਹੀ ਮਲੇਸ਼ਕੀ ਸਭਾ, ਹੋਰ ਕੀ ਹੈ। ਮਲੇਸ਼ਕੀ ਸਭਾ ਇਹੋ ਹੀ ਹੈ। ਜਦੋਂ ਬਹਿ ਕੇ ਤੁਸੀਂ ਰੱਬ ਦੀਆਂ ਗੱਲਾਂ ਕਰੋਗੇ ਤੇ ਸਤਸੰਗ ਹੋ ਜਾਏਗਾ। ਹਾਂਜੀ, ਭੇ ਤਿਆਰ ਜਬ ਚੱਲਣੇ ਹੇਤਾ, ਭਣਤ ਭਏ ਬੇਦੀ ਕੁਲ ਕੇਤਾ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਚੱਲਣ ਲੱਗੇ ਤਾਂ ਫਿਰ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਉਸ ਦੇਵ ਲੂਤ ਰਾਖਸ਼ਾਂ ਦੇ ਰਾਜੇ ਨੂੰ ਇਹ ਬਚਨ ਆਖੇ ਨੇ। ਹਾਂਜੀ, ਸੁਦਰ ਸੈਨ ਜੋ ਭੂਪ ਬਹਾਨਾ, ਦੇਵ ਲੂਤ ਮਾਨੋ ਤੇ ਆਨਾ। ਸਤਿਗੁਰੂ ਕਹਿਣ ਲੱਗੇ, ਦੇਵ ਲੂਤ ਤੂੰ ਸੁਦਰ ਸੈਨ ਦੇ ਨਾਲ ਕਦੇ ਜੰਗ ਨਹੀਂ ਕਰਨੀ, ਵੈਰ ਵਿਰੋਧ ਨਹੀਂ ਕਰਨਾ, ਉਹਦੀ ਈਣ ਮੰਨਣੀ ਹੈ, ਉਹਨੂੰ ਆਪਣੇ ਤੋਂ ਵੱਡਾ ਰਾਜਾ ਕਰਕੇ, ਮਹਾਰਾਜਾ ਕਰਕੇ ਉਸ ਨੂੰ ਤਸਲੀਮ ਕਰਨਾ ਹੈ, ਪ੍ਰਵਾਨ ਕਰਨਾ ਹੈ। ਹਾਂਜੀ, ਹਿੰਸਾ ਨਹੀਂ ਜੀਵ ਕੀ ਕੀਜੈ, ਸਤਿਗੁਰ ਜਾਪ ਜਪੋ ਦੁਖ ਸੀਜੈ। ਕਦੇ ਜੀਵਾਂ ਦੀ ਹਿੰਸਾ ਨਹੀਂ ਕਰਨੀ ਤੇ ਹਮੇਸ਼ਾ ਸਤਿਗੁਰੂ ਦਾ ਸਿਮਰਨ ਕਰਨਾ ਹੈ, ਜਾਪ ਕਰਨਾ ਹੈ। ਹਾਂਜੀ, ਦੇਵ ਲੂਤ ਬੋਲਿਓ ਤਬੈ, ਬੁਝ ਤੇ ਉਤਮ ਤੂਰ। ਇਹ ਹੁਣ ਦੇਵ ਲੂਤ ਰਾਜਾ ਕਹਿਣ ਲੱਗਾ ਮਹਾਰਾਜ ਮੇਰੇ ਤੋਂ ਉੱਤਮ ਤਾਂ ਹੁਣ ਇਹ ਮਿੱਟੀ ਹੈ ਜਿੱਥੇ ਤੁਹਾਡੇ ਚਰਨ ਪਏ ਨੇ। ਉਹਨੇ ਆਪਣੇ ਆਪ ਨੂੰ ਵਿੱਚੋਂ ਮਾਈਨਸ ਕਰ ਦਿੱਤਾ, ਮਨਫੀ ਕਰ ਦਿੱਤਾ, ਜ਼ੀਰੋ ਕਰ ਦਿੱਤਾ, ਬਿਲਕੁਲ ਆਪਣੇ ਆਪ ਨੂੰ ਵਿੱਚੋਂ ਬਾਹਰ ਕੱਢਿਆ। ਹਾਂਜੀ, ਸ਼ਕਤ ਨਹੀਂ ਤ੍ਰਿਨ ਤੋਰਹੁ, ਸੁਣੀਐ ਸ਼੍ਰੀ ਜਗ ਮੂਰ। ਸਤਿਗੁਰੂ ਮੇਰੇ ਵਿੱਚ ਹੁਣ ਤਾਕਤ ਤੀਲੇ ਤੋੜਨ ਜੋਗੀ ਵੀ ਨਹੀਂ, ਰਾਜ ਤੋੜਨੇ ਕਿਸੇ ਦੇ ਤਾਂ ਦੂਰ ਦੀ ਗੱਲ, ਜਾ ਕੇ ਜੰਗ ਯੁੱਧ ਕਰਨੇ ਤਾਂ ਦੂਰ ਦੀ ਗੱਲ। ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਮੇਰੇ 'ਚ ਕੋਈ ਤਾਕਤ ਨਹੀਂ, ਮੈਂ ਕੁਛ ਨਹੀਂ ਕਰਨ ਜੋਗਾ।
ਹੁਣ ਤਾਂ ਜੋ ਕਰੇਗਾ ਪਰਮੇਸ਼ਰ ਆਪ ਕਰੇਗਾ, ਉਹੀ ਕਰੇਗਾ ਉਹੀ ਕਰਾਏਗਾ। ਹਾਂਜੀ। ਰਾਵਰ ਕੀ ਆਇਸ ਧਰ ਸੀਸਾ ਸੁਦਰ ਸੈਨ ਅਬ ਪਾ ਮਮ ਈਸਾ। ਕਹਿਣ ਲੱਗਾ ਜੀ ਮੈਂ ਤੁਹਾਡਾ ਬਚਨ ਮੰਨ ਲਿਆ, ਅੱਜ ਤੋਂ ਬਾਅਦ ਮੈਂ ਸੁਦਰ ਸੈਨ ਨੂੰ ਆਪਣਾ ਰਾਜਾ ਕਰਕੇ ਕਬੂਲ ਕਰਦਾ, ਮੰਨ ਲੈਣਾ। ਹਾਂਜੀ। ਗਮਨ ਸਮੇਂ ਰਾਖਸ਼ ਮਿਲ ਸਾਰੇ ਸ਼੍ਰੀ ਗੁਰੂ ਕੇ ਪਦ ਕਮਲ ਜੋਹਾਰੇ। ਜਦੋਂ ਗੁਰੂ ਨਾਨਕ ਸਾਹਿਬ ਉੱਥੋਂ ਤੁਰਨ ਲੱਗੇ ਤੇ ਇੱਕ ਇੱਕ ਰਾਖਸ਼ ਨੇ ਆ ਕੇ ਮੱਥਾ ਟੇਕਿਆ। ਸ਼੍ਰੀ ਨਾਨਕ ਨਾਮੋ ਸਿਮਰਨ ਕਰਨ ਲੱਗੇ ਅਬਰਾਮੋ। ਉੱਚੀ ਉੱਚੀ ਆਵਾਜ਼ ਆਉਂਦੀ ਹੈ, ਜਿਵੇਂ ਅੱਜ ਕਈਆਂ ਨੂੰ ਇਹ ਨਹੀਂ ਕਿ ਸ਼ਬਦ ਠੀਕ ਨਹੀਂ ਹੈ, ਤੁਸੀਂ ਕਹੋ ਸਵੇਰੇ ਉੱਠ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਪਰ ਮੈਂ ਤੁਹਾਨੂੰ ਫਤਿਹ ਬੁਲਾਵਾਂ, ਤੁਸੀਂ ਅੱਗੋਂ ਕਹੋ ਧੰਨ ਗੁਰੂ ਨਾਨਕ, ਇਹਦਾ ਮਤਲਬ ਫਤਿਹ ਨਹੀਂ ਅਲਰਜੀ ਹੈ ਨਾ। ਫਤਿਹ ਆਪਣੀ ਜਗ੍ਹਾ ਹੈ, ਸਤਿ ਸ਼੍ਰੀ ਅਕਾਲ ਦਾ ਆਵਾਜ਼ਾ ਆਪਣੀ ਜਗ੍ਹਾ ਹੈ, ਧੰਨ ਗੁਰੂ ਨਾਨਕ ਇਹ ਆਪਣੀ ਵਡਿਆਈ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕੌਣ ਜਿਹੜਾ ਇਹਦੇ ਤੋਂ ਮੁਨਕਰ ਹੋ ਸਕਦਾ ਹੈ? ਕਿਸੇ ਦੀ ਹਿੰਮਤ ਹੈ ਕੋਈ ਕਵੇ ਵੀ ਧੰਨ ਗੁਰੂ ਨਾਨਕ ਨਹੀਂ ਹੈ? ਗੁਰੂ ਨਾਨਕ ਹੀ ਧੰਨ ਹੈ। ਉਹਨਾਂ ਰਾਖਸ਼ਾਂ ਨੇ ਧੁਨੀ ਅਲਾਪੀ ਉਸ ਵੇਲੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਕੇ, ਜਦੋਂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਉੱਥੋਂ ਵਿਦਿਆ ਹੋਏ ਨੇ। ਸੋ ਇਸ ਕਰਕੇ ਧੰਨ ਗੁਰੂ ਨਾਨਕ ਇਹ ਇਸ ਘਰ ਦੀ ਸਭ ਤੋਂ ਵਡਿਆਈ ਹੈ। ਪਰ ਜੇ ਕੋਈ ਸਾਨੂੰ ਫਤਿਹ ਬੁਲਾਵੇ, ਸਾਨੂੰ ਕੋਈ, ਤਾਂ ਸਾਨੂੰ ਉਹਦੀ ਫਤਿਹ ਦਾ ਜਵਾਬ ਦੇਣਾ ਚਾਹੀਦਾ। ਇਹ ਵੀ ਮਰਿਆਦਾ ਹੈ, ਇਹ ਹੁਕਮ ਹੈ ਗੁਰੂ ਕਲਗੀਧਰ ਪਿਤਾ ਦਾ। ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।